ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰੀਆਂ ਭੈਣਾਂ ਦਾ ਔਰ ਵੀਰਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਅੱਜ ਤੋਂ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1377 ਤੋਂ ਆਰੰਭ ਹੁੰਦੇ ਹਨ। ਤਾਂ ਆਓ ਅਸੀਂ ਵਿਚਾਰ ਆਰੰਭ ਕਰਦੇ ਹਾਂ। ਸ਼ਲੋਕ ਸ਼ੇਖ ਫਰੀਦ ਕੇ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਅਦਿਸਤਾ ਜਗਤ ਜਿਸ ਦਾ ਪ੍ਰਤੱਖ ਸਰੂਪ ਹੈ, ਪ੍ਰਤੱਖ ਰੂਪ ਹੈ। ਸਤ ਦਾ ਮਤਲਬ ਉਹ ਸदैव ਹੈ, ਹੋਂਦ ਵਾਲਾ ਹੈ, ਅਬਿਨਾਸ਼ੀ ਹੈ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਰਹਿਮਤ ਰਾਹੀਂ, ਗੁਰੂ ਦੇ ਗਿਆਨ ਰਾਹੀਂ ਉਸ ਦੀ ਸਾਨੂੰ ਸੂਝ ਮਿਲਦੀ ਹੈ, ਉਸ ਵਿੱਚ ਅਸੀਂ ਭੇਦ ਹੁੰਦੇ ਹਾਂ, ਉਹਦੇ ਰਜਾ ਭਾਣੇ ਦਾ ਸਾਨੂੰ ਗਿਆਨ ਹੁੰਦਾ ਹੈ। ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰੂ ਗਿਆਨ ਰਾਹੀਂ ਅਸੀਂ ਸਰਬ ਵਿਆਪਕ ਪ੍ਰਭੂ ਦੇ ਨਾਲ ਆਪਣਾ ਨਾਤਾ ਬਣਾ ਸਕਦੇ ਹਾਂ, ਉਸ ਨੂੰ ਸਮਝ ਸਕਦੇ ਹਾਂ, ਉਹਦੀ ਰਜਾ ਭਾਣੇ ਦੇ ਵਿੱਚ ਵਿਚਰ ਸਕਦੇ ਹਾਂ। ਇਹ ਗੱਲ ਸਮਝਣ ਵਾਲੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜੋ ਰੱਬ ਹੈ ਉਹ ਕਿਸੇ ਆਕਾਸ਼ ਮੰਡਲ ਦੇ ਅੰਦਰ ਬੈਠਾ ਹੋਇਆ ਨਹੀਂ ਹੈ, ਨਾ ਕਿਸੇ ਜਿਵੇਂ ਆਮ ਲੋਕਾਂ ਨੇ ਮੰਨਿਆ ਹੈ, ਧਾਰਮਿਕ ਲੋਕਾਂ ਨੇ, ਕਿ ਰੱਬ ਇਸ ਦੁਨੀਆ ਤੋਂ ਵੱਖਰਾ ਕਿਤੇ ਸਵਰਗ ਵਿੱਚ ਰਹਿੰਦਾ ਹੈ, ਜੰਨਤ ਵਿੱਚ ਰਹਿੰਦਾ ਹੈ, ਜਾਂ ਬੈਕੁੰਠ ਧਾਮ ਵਿੱਚ ਰਹਿੰਦਾ ਹੈ। ਤੇ ਕੁਝ ਸਿੱਖ ਵੀਰ ਵੀ ਕਹਿਣ ਲੱਗ ਗਏ ਕਿ ਸੱਚਖੰਡ ਦੇ ਅੰਦਰ ਉੱਤੇ ਰੱਬ ਰਹਿੰਦਾ ਹੈ। ਐਸਾ ਵੱਖਰਾ ਰੱਬ ਨਹੀਂ ਹੈ। ਸਰਬ ਵਿਆਪਕ ਅਸਾਰਾ ਦਿਸਤਾ ਜਗਤ ਹੀ ਜਿਸ ਦਾ ਰੂਪ ਹੈ, ਜਿਹਦੇ ਬਾਰੇ ਅਸੀਂ ਖੁੱਲੀਆਂ ਵਿਚਾਰਾਂ ਪਹਿਲਾਂ ਕਰ ਚੁੱਕੇ ਹਾਂ। ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਵੀ ਹੈ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤਾਂ ਗੁਰੂ ਗਿਆਨ ਰਾਹੀਂ ਸਾਨੂੰ ਇਸ ਚੀਜ਼ ਦੀ ਸੂਝ ਔਰ ਸਮਝ ਆਉਂਦੀ ਹੈ। ਇਸ ਲਈ ਗੁਰੂ ਗਿਆਨ ਮੁਤਾਬਕ ਸਾਨੂੰ ਜੀਵਨ ਜੀਣਾ ਚਾਹੀਦਾ ਹੈ। ਅਗਲਾ ਸ਼ਲੋਕ ਜਿਹੜਾ ਹੈ, ਜਿਤ ਦਿਹਾੜੈ ਧਨ ਵਰੀ, ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀਦਾ, ਮੂੰਹ ਦੇ ਖਾਲੇ ਆਏ। ਜਿੰਦ ਨਿਮਾਣੀ ਕੱਢੀਐ, ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚਲਨੀ, ਜਿੰਦੂ ਕੂ ਸਮਝਾਏ। ਜਿੰਦ ਬਹੁਤੀ ਮਰਨ ਵਾਰ, ਲੈ ਜਾਸੀ ਪਰਣਾਏ, ਆਪਣ ਹੱਥੀਂ ਜੋਲ ਕਹਿ ਗੱਲ ਲੱਗੇ ਤਾਏ। ਤਾਂ ਇੱਥੇ ਸਮਝਣ ਵਾਲੀ ਜੋ ਗੱਲ ਹੈ, ਜਿਤ ਦਿਹਾੜੇ ਧਨ ਵਰੀ, ਜਿਤ ਦਾ ਮਤਲਬ ਜਿਸ, ਜਿਤ ਦਿਹਾੜੇ ਦਾ ਮਤਲਬ ਜਿਸ ਦਿਨ ਵਿੱਚ, ਯਾਨੀ ਜਿਸ ਦਿਨ। ਧਨ ਦਾ ਮਤਲਬ ਇਸਤਰੀ, ਜੀਵ ਇਸਤਰੀ। ਵਰੀ ਦਾ ਮਤਲਬ ਚੁਣੀ ਜਾਏਗੀ, ਯਾਨੀ ਵਿਆਹੀ ਜਾਏਗੀ। ਸਾਹੇ ਦਾ ਮਤਲਬ ਨੀਅਤ, ਸਮਾਂ, ਜਿਵੇਂ ਵਿਆਹ ਦੀ ਤਰੀਕ ਮਿੱਥੀ ਦੀ ਹੈ ਔਰ ਪਹਿਲਾਂ ਜਿਹੜੀ ਹੈ ਸਾਹੇ ਚਿੱਠੀ ਲੜਕੀ ਵਾਲਿਆਂ ਵੱਲੋਂ ਲੜਕੇ ਵਾਲਿਆਂ ਵੱਲ ਭੇਜੀ ਜਾਂਦੀ ਸੀ। ਸਾਹਾ ਲਿਖਣਾ, ਯਾਨੀ ਇਸ ਤਰੀਕ ਨੂੰ ਬੱਚੀ ਦੀ ਸ਼ਾਦੀ ਹੈ ਤੇ ਉਸ ਤਰੀਕ ਨੂੰ ਬੱਚੀ ਵਿਆਹ ਕੇ ਆਪਣੇ ਸਹੁਰਿਆਂ ਵੱਲ ਚਲੀ ਜਾਂਦੀ ਸੀ। ਭਾਈ ਸਾਹਿਬ ਸਿੰਘ ਜੀ ਇਸ ਤੇ ਅਰਥ ਕਰ ਰਹੇ ਨੇ ਕਿ ਜਿਸ ਦਿਨ ਇਸਤਰੀ ਵਿਆਹੀ ਜਾਏਗੀ ਉਹ ਸਮਾਂ ਪਹਿਲਾਂ ਲਿਖਿਆ ਗਿਆ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਸਮਾਂ ਲਿਖਣ ਦਾ ਮਤਲਬ ਇਹ ਨਹੀਂ ਕਿ ਦਿਨ ਤਰੀਕ ਲਿਖੀ ਹੋਈ ਹੈ ਜਾਂ ਸਾਡੇ ਮੱਥੇ ਦੇ ਉੱਤੇ ਕੋਈ ਚੀਜ਼ ਲਿਖੀ ਹੈ। ਇਹਦੇ ਜੋ ਪਿੱਛੇ ਭਾਵ ਹੈ, ਉਸ ਭਾਵ ਅਰਥ ਨੂੰ ਸਮਝਣ ਦੀ ਲੋੜ ਹੈ। ਯਾਨੀ ਮੌਤ ਨਿਸ਼ਚਿਤ ਹੈ। ਜਿਤ ਦਿਹਾੜੇ ਧਨਵਰੀ, ਸਾਹੇ ਲੈ ਲਿਖਾਏ, ਯਾਨੀ ਜਗਤ ਸਾਹਾ ਜੋ ਲਿਖਿਆ ਹੈ, ਇਹਦਾ ਮਤਲਬ ਕਿ ਮੌਤ ਨਿਸ਼ਚਿਤ ਹੈ। ਮੌਤ ਜਿਹੜੀ ਹੈ ਹਰ ਇਨਸਾਨ ਦੀ ਨਿਸ਼ਚਿਤ ਹੈ। ਜੋ ਵੀ ਜਨਮਿਆ ਹੈ ਉਹ ਇੱਕ ਦਿਨ ਮਰੇਗਾ। ਸਮਗਰ ਗੁਰਬਾਣੀ ਦੇ ਵਿੱਚੋਂ ਸਾਨੂੰ ਬਹੁਤ ਸਾਰੇ ਐਸੇ ਪ੍ਰਮਾਣ ਮਿਲਦੇ ਨੇ, ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀਏ, ਜਾਂ ਜੋ ਉਪਜਿਓ ਸੋ ਬਿਨਸ ਹੈ। ਹਾਂ, ਇਹ ਗੱਲ ਹੋ ਸਕਦੀ ਹੈ ਕਿ ਕੋਈ 10 ਸਾਲ ਜੀਏਗਾ, 20 ਸਾਲ, 100 ਸਾਲ ਹੋ ਸਕਦਾ ਹੈ। ਆਉਣ ਵਾਲੇ ਸਮੇਂ ਦੇ ਅੰਦਰ ਕੁਝ ਦਵਾਈਆਂ, ਜਿਵੇਂ ਡਾਕਟਰ ਲੋਕ ਖੋਜ ਰਹੇ ਨੇ, ਐਸੀਆਂ ਦਵਾਈਆਂ ਜੋ ਸੈੱਲ ਮਰਨ ਦੀ ਸਪੀਡ ਘੱਟ ਕਰਨਗੀਆਂ
ਤੇ ਉਸ ਦੇ ਨਾਲ ਬੰਦਾ 150 200 500 ਸਾਲ ਤੱਕ ਜੀ ਸਕੇਗਾ, ਹੋ ਸਕਦਾ ਹੈ, ਪੋਸੀਬਿਲਿਟੀ ਹੈ। ਪਰ ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਜੇ 100 ਜੀਵਣਾ ਭੀ ਤਨ ਹੋਸੀ ਥੇ, ਜੇ ਸੈਂਕੜੇ ਸਾਲ ਲੰਬੀ ਉਮਰ ਵੀ ਮਿਲ ਜਾਏ ਤਾਂ ਵੀ ਆਖਿਰ ਮਰਨਾ ਪਵੇਗਾ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੋ ਸਰੀਰਕ ਮੌਤ ਹੈ ਉਹ ਨਿਸ਼ਚਿਤ ਹੈ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ। ਹੁਣ ਮਲਕ ਜਿਹੜਾ ਹੈ ਇਸਲਾਮ ਦੇ ਅੰਦਰ ਮੰਨਿਆ ਜਾਂਦਾ ਹੈ ਮੌਤ ਦਾ ਫਰਿਸ਼ਤਾ, ਅਜ਼ਰਾਈਲ। ਸੁਣੀ ਦਾ ਮਤਲਬ ਵੇਖਿਆ ਜਾਂਦਾ ਹੈ। ਉਹ ਮੰਨਦੇ ਹਨ, ਉਹਨਾਂ ਦਾ ਮੰਨਣਾ ਹੈ ਕਿ ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਮੌਤ ਦਾ ਫਰਿਸ਼ਤਾ ਆਉਂਦਾ ਹੈ ਔਰ ਮੌਤ ਦਾ ਫਰਿਸ਼ਤਾ ਜਿੰਦ ਨੂੰ ਕੱਢ ਕੇ ਲੈ ਜਾਂਦਾ। ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ, ਇਹ ਕੰਨਾਂ ਦੇ ਨਾਲ ਸੁਣਿਆ ਸੀ। ਮੂੰਹ ਦੇ ਖਾਲੇ ਆਏ ਦਾ ਮਤਲਬ ਆਣ ਕੇ ਮੂੰਹ ਵਿਖਾਏਗਾ। ਮਤਲਬ ਇਹ ਨਹੀਂ ਹੈ ਕਿ ਕੋਈ ਬੰਦੇ ਰੂਪ ਵਿੱਚ ਕੋਈ ਫਰਿਸ਼ਤਾ ਆਏਗਾ, ਉਹ ਸਾਹਮਣੇ ਬਹਿ ਕੇ ਆਪਣਾ ਮੂੰਹ ਵਿਖਾਏਗਾ। ਜਾਂ ਜਿਵੇਂ ਹਿੰਦੂ ਵੀਰ ਮੰਨਦੇ ਨੇ ਕਿ ਜੋ ਜਮਦੂਤ ਨੇ ਉਹ ਝੋਟਿਆਂ ਤੇ ਚੜ ਕੇ ਆਉਂਦੇ ਨੇ ਤੇ ਬੰਦੇ ਦੀ ਜਿੰਦ ਨੂੰ ਕੱਢਦੇ ਨੇ, ਤੇ ਫਿਰ ਜਿਵੇਂ ਗਰੁੜ ਪੁਰਾਣ ਦੇ ਵਿੱਚ ਲਿਖਿਆ ਹੈ ਕਿ ਉਹਦੀ ਆਤਮਾ ਨੂੰ ਲੈ ਕੇ ਜਾਂਦੇ ਨੇ ਘੜੀਸਦੇ ਹੋਏ ਤੇ ਉਹਨੂੰ ਸਵਰਗ ਤੱਕ ਪਹੁੰਚਦਿਆਂ ਸਾਲ ਲੱਗਦਾ ਹੈ। ਇੱਥੇ ਉਹ ਗੱਲ ਨਹੀਂ ਹੈ। ਇੱਥੇ ਭਾਵ ਅਰਥ ਨੂੰ ਲੈਣਾ ਹੈ ਕਿ ਜਿਹੜੀ ਮੌਤ ਸੁਣੀ ਦੀ ਸੀ ਕਿ ਮੌਤ ਆਉਂਦੀ ਹੈ, ਅਸੀਂ ਦੂਜਿਆਂ ਨੂੰ ਮਰਦਿਆਂ ਹੋਇਆਂ ਦੇਖਦੇ ਹਾਂ। ਆਖਿਰ ਸਾਡੀ ਵੀ ਮੌਤ ਪ੍ਰਤੱਖ ਆ ਜਾਏਗੀ, ਸਾਨੂੰ ਵੀ ਸਮਝ ਆ ਜਾਏਗੀ ਕਿ ਹੁਣ ਮੈਨੂੰ ਇਹ ਦੁਨੀਆ ਛੱਡਣੀ ਪੈਣੀ। ਮੌਤ ਪ੍ਰਤੱਖ ਤੌਰ ਤੇ ਭਾਸ ਜਾਏਗੀ, ਸਮਝ ਆ ਜਾਏਗੀ। ਮੂੰਹ ਦੇ ਖਾਲੇ ਆਏ ਦਾ ਸਾਹਮਣੇ ਭਾਵ ਕਿ ਮਰਨਾ ਪਵੇਗਾ। 2 ਮਿੰਟ ਵਾਸਤੇ ਜੇ ਮੈਂ ਹੁਣ ਆਪਣੀ ਹੀ ਗੱਲ ਕਰਾਂ ਤਾਂ ਜਿਵੇਂ ਹੁਣ ਕਰੋਨਾ ਸੀ, ਤਾਂ ਇਹਦੇ ਵਿੱਚ ਕਰੋਨਾ ਕਾਲ ਦੇ ਵਿੱਚ ਕੁਝ ਵਿੱਚ ਸਮਾਂ ਐਸਾ ਆਇਆ ਕਿ ਪ੍ਰਤੀਤ ਹੋ ਰਿਹਾ ਸੀ ਕਿ ਬਚਣਾ ਮੁਸ਼ਕਿਲ ਹੈ, ਕਿਉਂਕਿ ਐਸੀ ਕੰਡੀਸ਼ਨ ਸੀ ਨਾ। ਉਹ ਗੱਲ ਵੱਖਰੀ ਹੈ ਕਿ ਚਲੋ ਉਹ ਕਵਰ ਹੋ ਗਿਆ ਤੇ ਮੈਂ ਮਤਲਬ ਹੁਣ ਜਿਉਂਦਾ ਹਾਂ। ਤਾਂ ਆਖਿਰ ਇੱਥੇ ਕਿ ਮਲਕ ਜੇ ਕੰਨੀ ਸੁਣੀ ਦਾ ਮੂੰਹ ਦੇ ਖਾਲੇ ਆਏ, ਜੋ ਸੁਣੀ ਦੀ ਹੈ ਲੋਕਾਂ ਨੂੰ ਦਿਆਂ ਵੇਖੀਦਾ, ਇੱਕ ਦਿਨ ਸਾਡੇ ਵੀ ਸਾਹਮਣੇ ਪ੍ਰਤੱਖ ਮੌਤ ਹੋਏਗੀ, ਭਾਵ ਸਾਨੂੰ ਵੀ ਮਰਨਾ ਪਵੇਗਾ। ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ। ਕੜਕਾਏ ਦਾ ਮਤਲਬ ਕੜਕਾ ਕੇ, ਭੰਨ ਤੋੜ ਕੇ। ਜਿੰਦ ਨਿਮਾਣੀ, ਜਿੰਦ ਨੂੰ ਕੱਢ ਲਿਆ ਜਾਏਗਾ ਸਰੀਰ ਤੋਂ ਹੱਡਾਂ ਨੂੰ ਭੰਨ ਤੋੜ ਕੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਹੱਡਾਂ ਨੂੰ ਭੰਨ ਤੋੜ ਕੇ ਦਾ ਮਤਲਬ ਇਹ ਨਹੀਂ ਹੈ ਕਿ ਜੰਮ ਆਉਣਗੇ ਤੇ ਉਹ ਮੁੰਗਲੀਆਂ ਮਾਰਨਗੇ ਤੇ ਪਸਲੀਆਂ ਭੰਨਣਗੇ, ਗੋਡੇ ਭੰਨਣਗੇ ਤੇ ਫਿਰ ਉਹ ਜਿੰਦ ਨੂੰ ਕੱਢਣਗੇ। ਇੱਥੇ ਹੱਡਾਂ ਕੋ ਕੜਕਾਏ ਦਾ ਮਤਲਬ ਹੈ ਕਿ ਸਰੀਰ ਨੂੰ ਨਿਤਾਣਾ ਕਰ ਦੇਣਾ ਕਿਸੇ ਰੋਗ ਨਾਲ, ਬਿਮਾਰੀ ਦੇ ਨਾਲ। ਰੋਗ ਔਰ ਬਿਮਾਰੀ ਦੇ ਨਾਲ ਸਰੀਰ ਦਾ ਨਿਤਾਣਾ ਹੋਣਾ ਹੀ ਹੱਡਾਂ ਨੂੰ ਕੜਕਾਣਾ ਹੈ। ਹੱਡਾਂ ਨੂੰ ਕੜਕਾਉਣ ਦਾ ਮਤਲਬ ਸਰੀਰ ਨੂੰ ਨਿਤਾਣਿਆ ਕਰ ਦੇਣਾ। ਔਰ ਬੰਦਾ ਮਰਦਾ ਵੀ ਉਦੋਂ ਹੀ ਹੈ ਜਦੋਂ ਉਹ ਨਿਤਾਣਾ ਹੋ ਜਾਂਦਾ ਹੈ, ਜਦੋਂ ਉਹਦਾ ਇਮਿਊਨਿਟੀ ਸਿਸਟਮ ਖਤਮ ਹੋ ਜਾਂਦਾ ਹੈ, ਸਰੀਰ ਦਾ ਜਿਹੜਾ ਸਿਸਟਮ ਹੈ ਉਹ ਫੇਲ ਹੋ ਜਾਂਦਾ ਹੈ, ਤਾਂ ਆਖਿਰ ਬੰਦੇ ਨੂੰ ਮਰਨਾ ਪੈ ਜਾਂਦਾ ਹੈ। ਚਾਹੇ ਉਹ ਕੋਈ ਟੀਬੀ ਦੇ ਨਾਲ ਮਰ ਜਾਏ, ਸਰੀਰ ਕਮਜ਼ੋਰ ਟੀਬੀ ਨਾਲ ਹੋ ਜਾਏ, ਕੈਂਸਰ ਨਾਲ ਹੋ ਜਾਏ, ਬੁਖਾਰ ਨਾਲ ਹੋ ਜਾਏ, ਕਰੋਨਾ ਨਾਲ ਹੋ ਜਾਏ, ਜਾਂ ਕਿਸੇ ਦਾ ਐਕਸੀਡੈਂਟ ਹੋ ਜਾਏ, ਹਾਰਟ ਅਟੈਕ ਹੋ ਜਾਏ, ਤਾਂ ਮੌਤ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਜਿਹਦੇ ਨਾਲ ਸਰੀਰ ਛੀਣ ਹੋ ਜਾਂਦਾ ਹੈ ਤੇ ਜਿਹੜੀ ਜਿੰਦ ਹੈ ਉਹ ਕੱਢ ਲਈ ਜਾਂਦੀ ਹੈ, ਭਾਵ ਮੌਤ। ਇੱਥੇ ਚੀਜ਼ ਸਮਝਣ ਵਾਲੀ ਹੈ ਕਿ ਕੋਈ ਇਹੋ ਜਿਹੇ ਜੰਮ ਨਹੀਂ ਆਉਂਦੇ ਜਿਹੜੇ ਸਰੀਰ ਨੂੰ ਭੰਨਦੇ ਤੋੜਦੇ ਨੇ। ਹੁਣ ਜੇ ਅਸੀਂ ਵੇਖੀਏ ਪ੍ਰੋਬਲਮ ਕਿਸੇ ਨੂੰ ਆਈ ਹੈ ਤੇ ਹਾਰਟ ਅਟੈਕ ਹੋਣ ਦੇ ਨਾਲ ਮੌਤ ਹੋ ਗਈ, ਤਾਂ ਉਹਦੀ ਹੱਡੀ ਪਸਲੀ ਤਾਂ ਕੋਈ ਵੀ ਨਹੀਂ ਟੁੱਟੀ ਹੁੰਦੀ। ਤਾਂ ਹੱਡਾਂ ਕੋ ਕੜਕਾਏ ਦਾ ਮਤਲਬ ਰੋਗ ਨੂੰ, ਸਰੀਰ ਨੂੰ ਰੋਗ ਆਦਿਕ ਦੇ ਨਾਲ ਨਿਤਾਣਾ ਕਰ ਦਿੱਤਾ ਜਾਂਦਾ ਹੈ ਤੇ ਇਸ ਬੰਦੇ ਦੀ ਮੌਤ ਹੋ ਜਾਂਦੀ ਹੈ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੂ ਸਮਝਾਏ। ਸਾਹੇ ਦਾ ਮਤਲਬ ਸਮਾਂ, ਨਾ ਚੱਲਣੀ ਦਾ ਮਤਲਬ ਟਲਦੇ ਨਹੀਂ, ਜਿੰਦੂ ਕੂ ਦਾ ਮਤਲਬ ਜਿੰਦ ਨੂੰ। ਪੁਰਾਣੇ ਸਮਿਆਂ ਦੇ ਵਿੱਚ
ਜਦੋਂ ਸਾਹੇ ਚਿੱਠੀ ਲਿਖ ਕੇ ਭੇਜ ਦਿੱਤੀ ਜਾਂਦੀ ਸੀ ਨਾ, ਸਾਇਆ ਤਰੀਕ ਮਿਥ ਲਈ ਜਾਂਦੀ ਸੀ, ਤਾਂ ਲੋਕ ਫਿਰ ਉਸ ਤਰੀਕ ਨੂੰ ਨਾ ਬਦਲਦੇ ਨਹੀਂ ਸਨ। ਉਸ ਡੇਟ ਦੇ ਉੱਤੇ ਪੱਕਾ ਵਿਆਹ ਜਿਹੜਾ ਸੀ ਉਹ ਬੱਚੇ ਦਾ ਕਰ ਦਿੱਤਾ ਜਾਂਦਾ ਸੀ। ਹੁਣ ਇੱਥੇ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਦਾ ਮਤਲਬ ਕਿ ਜੋ ਮੌਤ ਹੈ ਨਾ, ਉਹ ਨਿਸ਼ਚਿਤ ਹੈ। ਇਹ ਨਹੀਂ ਕਿ ਫਲਾਣੀ ਤਰੀਕ ਨੂੰ ਹੋਏਗੀ ਜਾਂ ਇਸ ਤਰੀਕ ਨੂੰ ਹੋਏਗੀ, ਲੇਕਿਨ ਨਿਸ਼ਚਿਤ ਹੈ, ਮਰੇਗਾ ਸਰੀਰ ਚ। ਜਿੰਦੂ ਕੋ ਸਮਝਾਏ ਦਾ ਮਤਲਬ ਇਹ ਗੱਲ ਆਪਣੇ ਮਨ ਨੂੰ ਸਮਝਾ ਦਿਓ, ਜਿੰਦ ਨੂੰ ਸਮਝਾ ਦਿਓ, ਇਹ ਗੱਲ ਆਪਣੇ ਪੱਲੇ ਪੱਕੀ ਬੰਨ ਲਓ, ਦਿਮਾਗ ਵਿੱਚ ਬਿਠਾ ਲਓ, ਮਨ ਵਿੱਚ ਵਸਾ ਲਓ, ਜਿੰਦ ਨੂੰ ਸਮਝਾ ਦਿਓ, ਕੋਈ ਵੀ ਸ਼ਬਦ ਵਰਤ ਲਓ ਕਿ ਇਹ ਗੱਲ ਪੱਕੀ ਕਰਕੇ ਜਾਣੋ ਕਿ ਇੱਕ ਦਿਨ ਮਰਨਾ ਪਵੇਗਾ। ਜਿੰਦ ਵਹੁਟੀ ਮਰਨ ਵਾਰ ਦਾਸੀ ਫਰਮਾਏ। ਜਿਵੇਂ ਬੱਚੀ ਦੀ ਜਦੋਂ ਸ਼ਾਦਾ ਉਹਦਾ ਉਸ ਨੂੰ ਵਿਆਹ ਕੇ ਆਪਣੇ ਘਰ ਲੈ ਜਾਂਦਾ ਹੈ, ਯਾਨੀ ਜਿਹੜੀ ਬੱਚੀ ਹੈ ਉਹ ਸਹੁਰੇ ਪਰਿਵਾਰ ਵਿੱਚ ਚਲੀ ਜਾਂਦੀ ਹੈ, ਪੇਕੇ ਪਰਿਵਾਰ ਚੋਂ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿੰਦ ਨੂੰ ਵਹੁਟੀ ਸਮਝ ਲਓ, ਔਰ ਜੋ ਮੌਤ ਹੈ ਉਸ ਨੂੰ ਵਰ ਦਾ ਮਤਲਬ ਲਾੜਾ ਸਮਝ ਲਓ। ਲੈ ਜਾਸੀ ਦਾ ਮਤਲਬ ਲੈ ਜਾਏਗਾ, ਪਰਣਾਏ ਦਾ ਮਤਲਬ ਵਿਆਹ ਕੇ। ਮੌਤ ਰੂਪੀ ਲਾੜਾ ਇੱਕ ਦਿਨ ਜਿੰਦ ਰੂਪੀ ਵਹੁਟੀ ਨੂੰ ਵਿਆਹ ਕੇ ਲੈ ਜਾਏਗਾ। ਤਾਂ ਇਹਦਾ ਮਤਲਬ ਇਹ ਹੋਈ ਹੈ ਕਿ ਸਾਡੀ ਮੌਤ ਸਰੀਰਕ ਤੌਰ ਤੇ ਬਿਲਕੁਲ ਨਿਸ਼ਚਿਤ ਹੈ, ਇਹਨੂੰ ਟਾਲਿਆ ਨਹੀਂ ਜਾ ਸਕਦਾ। ਆਪਣ ਹੱਥੀਂ ਜੋਲ ਕੈ, ਇੱਥੇ ਰੁਕਾਂਗੇ। ਕੈ ਗੱਲ ਲੱਗੈ ਤਾਏ, ਜੋ ਹੱਥੀ ਸ਼ਬਦ ਲਿਖਿਆ ਹੈ ਹਾਹੇ ਦੇ ਉੱਤੇ ਅਸੀਂ ਅਦਕ ਲਗਾ ਕੇ ਤੇ ਥੱਥੇ ਨਾਲ ਬਿੰਦੀ ਲਗਾਵਾਂਗੇ। ਹੱਥੀਂ ਦਾ ਮਤਲਬ ਹੱਥਾਂ ਦੇ ਨਾਲ, ਜੋਲ ਕੈ ਦਾ ਮਤਲਬ ਤੋੜ ਕੇ, ਗਲ ਦਾ ਮਤਲਬ ਗਲ ਵਿੱਚ, ਧਾਏ ਦਾ ਮਤਲਬ ਦੌੜ ਕੇ। ਜਿਵੇਂ ਬੱਚੀ ਦੀ ਸ਼ਾਦੀ ਹੁੰਦੀ ਹੈ ਨਾ, ਤੇ ਬੱਚੀ ਆਪਣੇ ਪੇਕੇ ਪਰਿਵਾਰ ਨੂੰ ਛੱਡਣ ਤੋਂ ਪਹਿਲਾਂ ਆਪਣੇ ਮਾਂ ਬਾਪ ਭੈਣਾਂ ਭਰਾਵਾਂ ਦੇ ਗਲੇ ਲੱਗਦੀ ਹੈ ਨਾ, ਮਿਲਦੀ ਹੈ। ਤਾਂ ਹੁਣ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਕਾਇਆ ਜਿੰਦ ਨੂੰ ਆਪਣੇ ਹੱਥੀਂ ਤੋੜ ਕੇ, ਯਾਨੀ ਮੌਤ ਨੂੰ ਸਾਹਮਣੇ ਵੇਖ ਕੇ, ਕਹਿ ਗੱਲ ਲੱਗੇ ਧਾਏ, ਮਰਨ ਤੋਂ ਬਾਅਦ ਇਹ ਕਿਹਦੇ ਗੱਲ ਦੌੜ ਕੇ ਲੱਗੇਗੀ। ਹੁਣ ਤਾਂ ਅਸੀਂ ਆਪਣੇ ਭੈਣਾਂ ਸੱਜਣਾ ਮਿੱਤਰਾਂ ਦੇ ਨਾਲ ਮਿਲਦੇ ਹਾਂ, ਜੱਫੀਆਂ ਪਾਉਂਦੇ ਹਾਂ, ਗਲਵੱਕੜੀਆਂ ਪਾਉਂਦੇ ਹਾਂ। ਕੋਈ ਦੁੱਖ ਤਕਲੀਫ ਹੋਏ ਕਿਸੇ ਨੂੰ ਆਵਾਜ਼ ਮਾਰਦੇ ਹਾਂ, ਸਹਾਇਤਾ ਵਾਸਤੇ ਪੁਕਾਰਦੇ ਹਾਂ। ਪਰ ਬਾਬਾ ਫਰੀਦ ਜੀ ਇੱਥੇ ਕਹਿ ਰਹੇ ਨੇ ਕਿ ਸਰੀਰ ਨਿਆਸਰਾ ਹੋ ਜਾਏਗਾ, ਫਿਰ ਕਿਸੇ ਦੇ ਲੱਗਣ ਜੋਗਾ ਨਹੀਂ ਰਹਿ ਜਾਏਗਾ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਡਰਾਇਆ ਨਹੀਂ ਜਾ ਰਿਹਾ, ਸਾਡੇ ਅੰਦਰ ਨਿਰਾਸ਼ਾਵਾਦ ਪੈਦਾ ਨਹੀਂ ਕੀਤੀ ਜਾ ਰਹੀ, ਨਾ ਇੱਥੇ ਸਾਡੇ ਅੰਦਰ ਡਰ ਪੈਦਾ ਕੀਤਾ ਜਾ ਰਿਹਾ। ਸਾਡੇ ਇਹਨਾਂ ਗੱਲਾਂ ਦੇ ਪਿੱਛੇ ਜੋ ਭਾਵ ਹੈ ਉਹ ਇਹ ਹੈ ਕਿ ਭਾਈ ਸਮਾਂ ਨਿਸ਼ਚਿਤ ਹੈ, ਥੋੜਾ ਸਮਾਂ ਹੈ, ਇੱਕ ਦਿਨ ਮੌਤ ਜ਼ਰੂਰ ਆਏਗੀ। ਇਸ ਲਈ ਇਸ ਜ਼ਿੰਦਗੀ ਨੂੰ ਚੰਗੇ ਢੰਗ ਦੇ ਨਾਲ ਜੀਓ। ਚੰਦ ਦਿਨ ਦੀ ਜ਼ਿੰਦਗੀ ਵਾਸਤੇ ਈਰਖਾ, ਦਵੇਸ਼, ਵੈਰ, ਵਿਰੋਧ, 2 ਨੰਬਰ ਦੇ ਧੰਦੇ ਔਰ ਮੱਲਾਂ ਮਾਰਨੀਆਂ, ਬੇਗਾਨੇ ਹੱਕ ਖਾਣੇ ਬਿਲਕੁਲ ਵੀ ਠੀਕ ਨਹੀਂ ਹੈ। ਮੌਤ ਨਿਸ਼ਚਿਤ ਹੈ, ਇਸ ਸਮੇਂ ਦਾ ਸਹੀ ਪ੍ਰਯੋਗ ਕਰੋ। ਤੇ ਇੱਕ ਦਿਨ ਸਰੀਰ ਕਰਕੇ ਮਰ ਜਾਣਾ ਹੈ, ਤਾਂ ਜ਼ਮੀਰ ਕਰਕੇ ਨਾ ਮਰੋ, ਜ਼ਮੀਰ ਕਰਕੇ ਜਿੰਦਾ ਰਹੋ, ਇਨਸਾਨੀਅਤ ਨੂੰ ਜ਼ਿੰਦਾ ਰੱਖੋ। ਆਤਮਕ ਮੌਤ ਤੋਂ ਅਸੀਂ ਬਚ ਸਕਦੇ ਹਾਂ, ਸਰੀਰਕ ਮੌਤ ਤੋਂ ਬਚ ਨਹੀਂ ਪਾਵਾਂਗੇ, ਲੇਕਿਨ ਆਤਮਕ ਮੌਤ ਤੋਂ ਬਚਿਆ ਜਾ ਸਕਦਾ ਹੈ। ਆਪਣੇ ਅੰਦਰੋਂ ਇਨਸਾਨੀਅਤ ਨੂੰ ਨਾ ਮਰਨ ਦਿਓ, ਆਪਣੇ ਅੰਦਰੋਂ ਜ਼ਮੀਰ ਨੂੰ ਨਾ ਮਰਨ ਦਿਓ। ਸੱਚ ਦੇ ਨਾਲੋਂ ਜਦੋਂ ਬੰਦਾ ਟੁੱਟ ਜਾਂਦਾ ਹੈ ਤਾਂ ਅਸਲ 'ਚ ਉਦੋਂ ਬੰਦਾ ਮਰ ਜਾਂਦਾ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਜਾਂ ਮਰਨੰ ਵਿਸਰਣੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣੈ, ਜਾਂ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਸਰੀਰਕ ਮੌਤ ਨਿਸ਼ਚਿਤ ਹੈ, ਇਹਦੇ ਤੋਂ ਬਚਿਆ ਨਹੀਂ ਜਾ ਸਕਦਾ, ਲੇਕਿਨ ਆਤਮਕ ਮੌਤ ਤੋਂ ਬਚਿਆ ਜਾ ਸਕਦਾ ਹੈ। ਇੱਕ ਦਿਨ ਮਰ ਹੀ ਜਾਣਾ ਹੈ, ਤਾਂ ਜਦੋਂ ਤੱਕ ਇਹ ਜੀਵਨ ਹੈ ਆਤਮਕ ਮੌਤ ਤੇ ਨਾ ਮਰੋ, ਇਹਨੂੰ ਜੀਵੋ,
ਇਸ ਸਮੇਂ ਦਾ ਸਹੀ ਉਪਯੋਗ ਕਰੋ। ਹੁਣ ਅੱਗੇ ਦੱਸਦੇ ਨੇ, ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ। ਇੱਥੇ ਕੰਨੀ ਨਾ ਸੁਣਿਆ ਇਹਨੂੰ ਪ੍ਰਸ਼ਨਵਾਚਕ ਬਣਾਉਣਾ ਹੈ ਕਿ ਤੂੰ ਕੰਨਾਂ ਦੇ ਨਾਲ ਨਹੀਂ ਸੁਣੀ। ਤੇ ਜੋ ਪੁਰਸਲਾਤ ਹੈ ਨਾ, ਇਹਨੂੰ ਥੋੜਾ ਜਿਹਾ ਸਮਝ ਲੈਣਾ। ਪੁਰਸਲਾਤ ਦਾ ਮਤਲਬ ਹੈਗਾ ਕਿ ਨਰਕ ਦੋਜ਼ਖ ਦਾ ਸਿਰਾਤ ਦਾ ਮਤਲਬ ਪੁਲ। ਮੁਸਲਮਾਨਾਂ ਦੇ ਈਮਾਨ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਇੱਕ ਪੁਲ ਹੈ ਜੋ ਨਰਕ ਦੇ ਸਿਰ ਤੇ ਹੋਊ, ਜੋ ਵਾਲਾਂ ਨਾਲੋਂ ਨਿੱਕਾ ਔਰ ਤਲਵਾਰ ਦੇ ਨਾਲੋਂ ਤਿੱਖਾ ਹੈ, ਤੇ ਹਰ ਪੁਰਖ ਨੂੰ ਉਹਦੇ ਤੋਂ ਲੰਘਣਾ ਪੈਂਦਾ ਹੈ। ਹਰ ਬੰਦੇ ਨੂੰ ਉਹਦੇ ਤੋਂ ਲੰਘਣਾ ਪੈਂਦਾ ਹੈ। ਭਾਈ ਕਾਨ ਸਿੰਘ ਨਾਭਾ ਵੀ ਲਿਖ ਰਹੇ ਨੇ ਇੱਥੇ, ਸਿਰਾਤ ਦਾ ਮਤਲਬ ਸੰਗਿਆ ਇੱਕ ਪੁਲ ਜਿਸ ਦਾ ਨਰਕ ਦੀ ਅਗਨੀ ਉੱਪਰ ਹੋਣਾ ਮੁਸਲਮਾਨ ਵੀਰ ਮੰਨਦੇ ਨੇ ਕਿ ਥੱਲੇ ਅੱਗ ਬਲ ਰਹੀ ਹੈ ਤੇ ਇਸ ਅੱਗ ਦੇ ਉੱਤੇ ਇੱਕ ਪੁਲ ਹੈ, ਤੇ ਇਹ ਪੁਲ ਜਿਹੜਾ ਹੈ ਵਾਲ ਤੋਂ ਬਰੀਕ ਹੈ, ਵਾਲ ਨਾਲੋਂ ਬਰੀਕ ਔਰ ਤਲਵਾਰ ਦੀ ਧਾਰ ਤੋਂ ਤਿੱਖਾ ਹੈ। ਦੋਹੀ ਪਾਸੇ ਤਿੱਖੇ ਕੰਡੇ ਨੇ ਜੋ ਇਧਰ ਉਧਰ ਹਿੱਲਣ ਨਹੀਂ ਦਿੰਦੇ, ਤੇ ਧਰਮੀ ਇਸ ਤੋਂ ਛੇਤੀ ਲੰਘ ਜਾਂਦੇ ਨੇ ਔਰ ਪਾਪੀ ਜਿਹੜੇ ਨੇ ਉਹ ਨਰਕ ਦੀ ਅੱਗ ਵਿੱਚ ਡਿੱਗ ਪੈਂਦੇ ਨੇ। ਭਾਈ ਕਾਨ ਸਿੰਘ ਜੀ ਨਾਭਾ ਲਿਖ ਰਹੇ ਨੇ ਕਿ ਮੁਸਲਮਾਨਾਂ ਨੇ ਇਸ ਸਾਲ ਪਾਰਸੀਆਂ ਤੋਂ ਲਿਆ ਹੈ, ਜਿਨ੍ਹਾਂ ਨੇ ਚਿਨਵਤ ਪੇਰੇਤੂ ਨਾਮਕ ਪੁਲ ਪਰਲੋਕ ਵਿੱਚ ਮੰਨਿਆ, ਤੇ ਯਹੂਦੀ ਵੀ ਨਰਕ ਦਾ ਪੁਲ ਮੰਨਦੇ ਨੇ। ਇਹ ਦੇਖੋ, ਮਨੌਤ ਜਿਹੜੀ ਹੈ ਮੁਸਲਮਾਨ ਵੀਰਾਂ ਦੀ ਜਾਂ ਯਹੂਦੀਆਂ ਦੀ ਜਾਂ ਈਸਾਈਆਂ ਦੀ ਹੈ, ਗੁਰਮਤ ਦੀ ਇਹ ਮਨੌਤ ਨਹੀਂ ਹੈ। ਗੁਰਮਤ ਕਿਤੇ ਐਸੇ ਪੁਲ ਨੂੰ ਨਹੀਂ ਮੰਨਦੀ, ਨਾ ਹੀ ਗੁਰਮਤ ਨੇ ਨਰਕ ਔਰ ਸਵਰਗ ਨੂੰ ਮੰਨਿਆ ਹੈ। ਅਸੀਂ ਭਗਤ ਕਬੀਰ ਜੀ ਦੇ ਸ਼ਲੋਕਾਂ ਦੇ ਅੰਦਰ ਇਹ ਖੁੱਲ ਕੇ ਵਿਚਾਰਾਂ ਕਰ ਰਹੇ ਹਾਂ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਮਰਨ ਤੋਂ ਬਾਅਦ ਕੋਈ ਨਰਕ ਔਰ ਕੋਈ ਸਵਰਗ ਆਦਿਕ ਨਹੀਂ ਹੈ, ਪਰ ਇਹ ਜੋ ਮੁਸਲਮਾਨ ਵੀਰਾਂ ਦਾ ਖਿਆਲਾਤ ਨੇ ਉਹਨਾਂ ਨੂੰ ਪ੍ਰਗਟ ਕਰ ਰਿਹਾ। ਤਾਂ ਇੱਥੇ ਕਿਹਾ ਜਾ ਰਿਹਾ ਹੈ ਕਿ ਤੂੰ ਕਦੇ ਪੁਲ ਸਿਰਾਤ ਦਾ ਨਾਮ ਨਹੀਂ ਸੁਣਿਆ, ਜੋ ਵਾਲ ਤੋਂ ਵੀ ਬਰੀਕ ਹੈ, ਜਿਹਦੇ ਉੱਤੋਂ ਦੀ ਲੰਘਣਾ ਪੈਣਾ। ਫਰੀਦਾ ਕਿੜੀ ਪਵੰਦੀ ਖੜਾ ਨਾ ਆਪ ਮੁਹਾਏ। ਕਿੜੀ ਦਾ ਮਤਲਬ ਆਵਾਜ਼, ਪਵੰਦੀ ਦਾ ਮਤਲਬ ਪੈਂਦਿਆਂ, ਆਵਾਜ਼ਾਂ ਪੈਂਦਿਆਂ। ਕਿੜੀ ਦਾ ਮਤਲਬ ਆਵਾਜ਼, ਆਪ ਦਾ ਮਤਲਬ ਆਪਣੇ ਆਪ ਨੂੰ, ਨਾ ਮੁਹਾਏ ਦਾ ਮਤਲਬ ਨਾ ਠਗਾ, ਲੁਟਾ ਨਾ। ਤਾਂ ਬਾਬਾ ਫਰੀਦ ਜੀ ਸਮਝਾ ਰਹੇ ਨੇ, ਕੰਨੀ ਆਵਾਜ਼ਾਂ ਪੈਂਦਿਆਂ ਵੀ ਆਪਣੇ ਆਪ ਨੂੰ ਲੁਟਾਈ ਨਾ ਜਾ। ਤੇ ਉਹ ਜਿਹੜਾ ਪੁਰਸਲਾਤ ਹੈ ਉਹ ਕਿਹੜਾ ਹੈ? ਜਗਤ ਸਮੁੰਦਰ ਹੈ ਜਿਹਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਨੇ। ਇਹਦੇ ਵਿੱਚੋਂ ਸਹੀ ਸਲਾਮਤ ਲੰਘਣ ਵਾਸਤੇ ਦਰਵੇਸ਼ੀ ਸੱਚ ਇੱਕ ਪੁਲ ਹੈ ਜਿਹੜਾ ਬਹੁਤ ਸੌੜਾ ਤੇ ਬਰੀਕ ਹੈ, ਜਿਹਦੇ ਬਾਰੇ ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਪੜ੍ਹਿਆ ਸੀ ਨਾ, ਵਾਲੋਂ ਨਿੱਕੀ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਦਰਵੇਸ਼ੀ ਕਮਾਣੀ ਸੱਚ ਦੇ ਰਾਹ ਦੇ ਉੱਤੇ ਤੁਰਨਾ ਔਖਾ ਹੈ, ਪਰ ਦੁਨੀਆ ਦੇ ਵਿਕਾਰਾਂ ਤੋਂ ਬਚਣ ਲਈ ਸਿਰਫ ਰਾਸਤਾ ਵੀ ਇਹੀ ਹੈ, ਸੱਚ ਦੇ ਰਾਹ ਦੇ ਉੱਤੇ ਤੁਰਨਾ। ਔਰ ਸੱਚ ਦੇ ਰਾਹ ਦੇ ਉੱਤੇ ਤੁਰਨਾ ਇੰਪੋਸੀਬਲ ਨਹੀਂ, ਔਖਾ ਜ਼ਰੂਰ ਹੈ। ਦੇਖੋ, ਮੋਹ ਛੱਡਣਾ, ਹੰਕਾਰ ਛੱਡਣਾ, ਪਾਪ ਵਿਕਾਰ ਛੱਡਣੇ, ਸਾਰਿਆਂ ਦੇ ਅੰਦਰ ਇੱਕ ਜੋਤ ਨੂੰ ਵੇਖਣਾ, ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਨਾ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋ ਕੇ ਸਚਿਆਰ ਹੋਣਾ ਇੰਪੋਸੀਬਲ ਨਹੀਂ, ਪਰ ਔਖਾ ਤਾਂ ਹੈ। ਆਮ ਬੰਦੇ ਵਾਸਤੇ ਔਖਾ ਹੈ ਨਾ, ਆਮ ਬੰਦਾ ਇਹਨਾਂ ਚੀਜ਼ਾਂ ਨੂੰ ਨਹੀਂ ਅਪਣਾਉਂਦਾ, ਇਸ ਲਈ ਉਹ ਕਰਮਕਾਂਡੀ ਰਾਹਾਂ ਦੇ ਉੱਤੇ ਪੈ ਜਾਂਦਾ। ਜਿਵੇਂ ਭਗਤ ਕਬੀਰ ਜੀ ਨੇ ਸਾਨੂੰ ਸਮਝਾਇਆ ਸੀ, ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ। ਉਧਰ ਲੋਕਾਂ ਨੇ ਵਹੀਰਾਂ ਕੱਤੀਆਂ ਨੇ, ਵਰਤ ਰੱਖ ਲਏ, ਨਰਾਤੇ ਰੱਖ ਲਏ, ਸਰਾਧ ਕਰ ਲਏ, ਜਪ ਤਪ ਸੰਜਮ ਕਰ ਲਏ, ਵਿਖਾਵੇ ਦੀ ਪਾਠ ਪੂਜਾ ਕਰ ਲਈ, ਮਾਲਾ ਫੇਰ ਲਈਆਂ, ਭੋਰਿਆਂ ਚ ਵੜ ਗਏ ਔਰ ਸੰਸਾਰ ਦਾ ਗ੍ਰਸਤ ਦਾ ਤਿਆਗ ਕਰ ਦਿੱਤਾ, ਨਾਂਗੇ ਹੋ ਕੇ ਫਿਰ ਲਿਆ। ਐਸੇ ਅਨੇਕਾਂ ਕਰਮ ਨੇ ਜੋ ਬੰਦਾ ਕਰੀ ਜਾਂਦਾ, ਪਰ ਸੱਚ ਵਾਸਤੇ ਕੁਰਬਾਨੀ ਕਰਨੀ ਪੈਂਦੀ ਹੈ। ਦਇਆ, ਧਰਮ, ਧੀਰਜ ਇਹਨਾਂ ਵਾਸਤੇ ਯਤਨ ਕਰਨਾ ਪੈਂਦਾ ਹੈ।
ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਆਵਾਜ਼ਾਂ ਪੈ ਰਹੀਆਂ ਨੇ, ਗੁਰੂ ਜਨ ਜਿਹੜੇ ਸੱਚੇ ਰਾਹ ਦੇ ਉੱਤੇ ਤੁਰਨ ਵਾਲੇ ਨੇ ਉਹ ਤੈਨੂੰ ਸੁਚੇਤ ਕਰ ਰਹੇ ਨੇ, ਇਸ ਲਈ ਇਹਨਾਂ ਚੀਜ਼ਾਂ ਤੋਂ ਬਚ ਤੇ ਖਲੋਤਾ ਖਲੋਤਾ ਆਪਣੇ ਆਪ ਨੂੰ ਲੁਟਾਈ ਨਾ ਜਾ ਵਿਕਾਰਾਂ ਦੇ ਹੱਥੀਂ, ਆਪਣੇ ਆਪ ਨੂੰ ਲੁਟਾ ਨਾ, ਯਾਨੀ ਗਫਲਤ ਦੀ ਨੀਂਦ ਵਿੱਚ ਨਾ ਸੌ। ਜਿਵੇਂ ਬਾਬਾ ਕਬੀਰ ਜੀ ਨੇ ਸਾਨੂੰ ਸਮਝਾਇਆ ਨਾ, ਇਹ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਇਹੀ ਹੈ ਲੁਟਾਣਾ। ਕਿ ਸਾਡੀ ਜ਼ਿੰਦਗੀ ਵਿੱਚ ਪੋਸੀਬਿਲਿਟੀ ਹੈ ਕਿ ਅਸੀਂ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ ਵਾਲੀ ਜ਼ਿੰਦਗੀ ਜੀ ਸਕਦੇ ਹਾਂ। ਪਰ ਅਸੀਂ ਆਪਣੇ ਆਪ ਨੂੰ ਲੁਟਾ ਰਹੇ ਹਾਂ। ਬਹੁਤਾਤ ਗਿਣਤੀ ਜਿਹੜੀ ਹੈ, ਸਾਰਿਆਂ ਦੀ ਗੱਲ ਨਹੀਂ, ਬਹੁਤਾਤ ਗਿਣਤੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ, ਇਹਨਾਂ ਦੇ ਵਿੱਚ ਆਪਣੇ ਆਪ ਨੂੰ ਲੁਟਾਈ ਜਾ ਰਹੇ ਹਾਂ। ਤਾਂ ਇਸ ਸਾਰੇ ਸ਼ਲੋਕ ਦਾ ਕੇਂਦਰੀ ਭਾਵ ਹੈ, ਹਰ ਇਨਸਾਨ ਦੀ ਮੌਤ ਨਿਸ਼ਚਿਤ ਹੈ, ਉਹਨੇ ਸਰੀਰਕ ਤੌਰ ਤੇ ਮਰ ਜਾਣਾ ਹੈ। ਇਹ ਸੰਸਾਰ ਇੱਕ ਵਿਕਾਰਾਂ ਦਾ ਭਰਿਆ ਹੋਇਆ ਸਮੁੰਦਰ ਹੈ। ਸੱਚ ਇਹਦੇ ਉੱਤੇ ਇੱਕ ਪੁਲ ਹੈ, ਉਸ ਸੱਚ ਦੇ ਪੁਲ ਦੇ ਉੱਤੋਂ ਲੰਘਣਾ ਔਖਾ ਹੈ। ਜੇ ਸੱਚ ਤੋਂ ਰੰਚਕ ਮਾਤਰ ਵੀ ਪੈਰ ਤਿਲਕ ਗਿਆ, ਥਿੜਕ ਗਏ, ਤਾਂ ਕਿਸੇ ਵੀ ਕਾਮ, ਕ੍ਰੋਧ, ਲੋਭ, ਮੋਹ ਦੀ ਅੱਗ ਦੇ ਅੰਦਰ ਅਸੀਂ ਡਿੱਗ ਜਾਵਾਂਗੇ, ਸੜ ਜਾਵਾਂਗੇ ਔਰ ਸਾਡਾ ਇਹ ਜੀਵਨ ਨਰਕ ਬਣ ਜਾਏਗਾ। ਇਸ ਲਈ ਆਪਣੇ ਆਪ ਨੂੰ ਲੁਟਾਓ ਨਾ ਭਾਈ, ਆਪਣੇ ਆਪ ਨੂੰ ਬਚਾਓ ਔਰ ਆਪਣਾ ਆਤਮਿਕ ਜੀਵਨ ਜੀਓ, ਇਨਸਾਨੀਅਤ ਵਾਲੀ ਜ਼ਿੰਦਗੀ ਜੀਣ ਦਾ ਯਤਨ ਕਰੋ। ਅਗਲਾ ਬਚਨ ਕਰਦੇ ਨੇ, ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆ ਪਤ। ਪਤ ਦਾ ਮਤਲਬ ਭਾਂਤੀ, ਦਰ ਦਰਵੇਸ਼ੀ ਗਾਖੜੀ, ਗਾਖੜੀ ਦਾ ਮਤਲਬ ਔਖੀ, ਦਰਵੇਸ਼ੀ ਦਾ ਮਤਲਬ ਫਕੀਰੀ, ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਨਾ, ਰੱਬੀ ਪ੍ਰੇਮ ਦੇ ਵਿੱਚ ਜੀਣਾ। ਭੱਤ ਦਾ ਮਤਲਬ ਭਾਂਤੀ, ਵਾਂਗ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ, ਪ੍ਰਭੂ ਦੇ ਦਰ ਦੀ ਫਕੀਰੀ ਜਿਹੜੀ ਕਾਰ ਕਰਨੀ ਹੈ ਨਾ, ਰਜ਼ਾ ਦੇ ਵਿੱਚ ਤੁਰਨਾ ਹੈ, ਉਹ ਔਖਾ ਹੈ। ਚੱਲਾਂ ਦੁਨੀਆ ਭੱਤ, ਤੇ ਮੈਂ ਵੀ ਦੁਨੀਆ ਦੀ ਤਰ੍ਹਾਂ ਹੀ ਜੀ ਰਿਹਾ ਵਾਂ, ਜਿਵੇਂ ਦੁਨੀਆ ਜੀ ਰਹੀ ਹੈ ਮੈਂ ਵੀ ਜੀਵੀ ਜਾ ਰਿਹਾ। ਦੁਨੀਆਦਾਰੀ ਨਾਲੋਂ ਇਹ ਸੱਚ ਦਾ ਰਾਸਤਾ ਬਿਲਕੁਲ ਵੱਖਰਾ ਹੈ। ਜੇ ਅਸੀਂ ਸੱਚ ਦੇ ਰਾਸਤੇ ਤੇ ਚੱਲਾਂਗੇ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਜਾਂ ਕਰੈਕਟਰ ਤੋਂ ਹੀਣੇ ਹੋਣਾ ਜਾਂ ਈਰਖਾ ਦਵੇਸ਼, ਸਾਰਾ ਕੁਝ ਛੱਡਣਾ ਪਵੇਗਾ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਵੀ ਦੁਨੀਆ ਦੀ ਤਰ੍ਹਾਂ ਜੀ ਰਿਹਾ, ਲੋਕ ਝੂਠ ਬੋਲ ਰਹੇ ਨੇ, ਮੈਂ ਵੀ ਬੋਲੀ ਜਾ ਰਿਹਾ। ਦੁਨੀਆ ਈਰਖਾ ਕਰ ਰਹੀ ਹੈ, ਮੈਂ ਵੀ ਕਰੀ ਜਾ ਰਿਹਾ। ਲੋਕ ਬੇਗਾਨੇ ਹੱਕ ਖਾ ਰਹੇ ਨੇ, ਮੈਂ ਵੀ ਖਾਈ ਜਾ ਰਿਹਾ। ਲੋਕ ਜਪ ਤਪ ਸੰਜਮ ਵਿਖਾਵੇ ਦੇ ਕਰਮ ਕਾਂਡ ਕਰੀ ਜਾ ਰਹੇ ਨੇ, ਮੈਂ ਵੀ ਉਹੀ ਕਰੀ ਜਾ ਰਿਹਾ। ਤਾਂ ਫਿਰ ਮੇਰੇ ਵਿੱਚ ਤੇ ਉਹਨਾਂ ਵਿੱਚ ਫਰਕ ਕੀ ਹੋਇਆ? ਜੋ ਰੱਬ ਦੀ ਦਰਵੇਸ਼ੀ ਦਾ ਮਤਲਬ ਰੱਬੀ ਪ੍ਰੇਮ, ਰੱਬੀ ਰਜ਼ਾ ਦੇ ਵਿੱਚ ਰਹਿਣਾ, ਇਹ ਔਖਾ ਹੈ, ਇੱਕ ਵੱਖਰਾ ਮਾਰਗ ਹੈ, ਇੰਪੋਸੀਬਲ ਨਹੀਂ ਪਰ ਔਖਾ ਹੈ। ਪਰ ਨਾਲ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਮੈਂ ਵੀ ਦੁਨੀਆ ਦੀ ਤਰ੍ਹਾਂ ਹੀ ਜੀ ਰਿਹਾ ਹਾਂ। ਬੰਨ ਉਠਾਈ ਪੋਟਲੀ, ਇੱਥੇ ਵੰਨਾ ਘੱਤ। ਬੰਨ ਅੱਖਰ ਦੇ ਨੰਨੇ ਅੱਖਰ ਥੱਲੇ ਅੱਧਾ ਹਾਹਾ ਹੈ। ਬੰਨ ਥੋੜਾ ਭਾਰਾ ਕਰਕੇ ਬੋਲਾਂਗੇ। ਵੰਨਾ, ਇਹ ਨੰਨਾ ਸ਼ਬਦ ਬੋਲਣਾ ਹੈ, ਵੰਜਾਂ ਜੱਜਾ ਨਹੀਂ ਬੋਲਣਾ, ਨੰਨਾ, ਵੰਨਾ। ਵੰਨਾ ਦਾ ਮਤਲਬ ਜਾਵਾਂ ਦਾ ਮਤਲਬ ਸੁੱਟ ਕੇ, ਪੋਟਲੀ ਦਾ ਮਤਲਬ ਨਿੱਕੀ ਜੀ ਗੰਢ। ਹੁਣ ਦੁਨੀਆ ਵਾਲੀ ਨਿੱਕੀ ਜੀ ਗੰਢ ਮੈਂ ਵੀ ਬੰਨ ਕੇ ਚੁੱਕੀ ਹੈ, ਇਹਨੂੰ ਸੁੱਟ ਕੇ ਕਿੱਥੇ ਜਾਵਾਂ? ਭਾਵ ਮੈਂ ਇਸ ਗੰਢ ਨੂੰ ਛੱਡ ਨਹੀਂ ਪਾ ਰਿਹਾ। ਤੇ ਉਹ ਗੰਢ ਕਾਹਦੀ ਹੈ? ਦੁਨੀਆ ਦਾ ਮੋਹ, ਵਿਕਾਰ, ਪਾਪ, ਅਪਰਾਧ, ਮਾਇਆ ਵਾਲੀ ਸੋਚ। ਇਹਨੂੰ ਸੁੱਟ ਕੇ ਕਿੱਥੇ ਜਾਵਾਂ? ਭਾਵ ਕਿ ਇਹਨੂੰ ਛੱਡਣਾ ਔਖਾ ਹੈ। ਇਹ ਸ਼ਲੋਕ ਸਾਨੂੰ ਸਮਝਾਇਆ ਜਾ ਰਿਹਾ ਹੈ, ਜੋ ਸਾਨੂੰ ਜੀਵਨ ਲਈ ਚੀਜ਼ ਮਿਲ ਰਹੀ ਹੈ ਕਿ ਰੱਬ ਦੇ ਨਾਲ ਪ੍ਰੀਤ ਪਾਣੀ, ਰੱਬੀ ਰਜ਼ਾ ਦੇ ਵਿੱਚ ਤੁਰਨਾ, ਇਹ ਦੁਨੀਆਦਾਰੀ ਦੇ ਨਾਲੋਂ ਇੱਕ ਬਿਲਕੁਲ ਵੱਖਰਾ ਰਾਸਤਾ ਹੈ। ਇੱਥੇ ਲੋਕਾਚਾਰੀ, ਵਿਕਾਰ ਆਦਿਕ ਨਹੀਂ, ਉਹਨਾਂ ਨੂੰ ਛੱਡਣਾ ਪੈਂਦਾ ਹੈ।
ਤੇ ਜਿਹੜੀ ਅਸੀਂ ਸਿਰ ਦੇ ਉੱਤੇ ਵਿਕਾਰਾਂ ਦੀ ਗੰਢ ਚੁੱਕੀ ਫਿਰਨੇ ਆ, ਉਹਨੂੰ ਇੱਕ ਪਾਸੇ ਸੁੱਟਣਾ ਹੀ ਪਵੇਗਾ, ਤਾਂ ਹੀ ਅਸੀਂ ਪ੍ਰਭੂ ਦੇ ਨਾਲ ਪ੍ਰੀਤ ਪਾ ਸਕਾਂਗੇ, ਤਾਂ ਹੀ ਸਾਡੀ ਜ਼ਿੰਦਗੀ ਵਿੱਚੋਂ ਈਰਖਾ ਦਵੇਸ਼ ਆਦਿਕ ਮਿਟ ਸਕੇਗੀ। ਤਾਂ ਇਥੋਂ ਸਾਨੂੰ ਜ਼ਿੰਦਗੀ ਜੀਣ ਲਈ ਜੋ ਅਸੂਲ ਮਿਲ ਰਿਹਾ ਹੈ ਉਹ ਹੈ ਕਿ ਸੱਚ ਦੇ ਰਾਹਾਂ ਤੇ ਤੁਰਨਾ ਹੈ, ਔਰ ਜਿਹੜੇ ਪਾਪ ਵਿਕਾਰ ਅਸੀਂ ਸਿਰ ਤੇ ਚੁੱਕੀ ਫਿਰਦੇ ਆ, ਆਪਣੇ ਦਿਮਾਗ ਦੇ ਵਿੱਚ ਚੁੱਕੀ ਫਿਰਦੇ ਆ, ਉਹਨਾਂ ਨੂੰ ਇੱਕ ਪਾਸੇ ਸੁੱਟਣਾ ਹੈ, ਤਾਂ ਹੀ ਅਸੀਂ ਰੱਬੀ ਰਜਾ ਭਾਣੇ ਔਰ ਪ੍ਰੇਮ ਦੇ ਅੰਦਰ ਜ਼ਿੰਦਗੀ ਜੀ ਸਕਦੇ ਹਾਂ। ਕਿਝ ਨਾ ਬੁੱਝੈ ਕਿਝ ਨਾ ਸੁਝੈ ਦੁਨੀਆ ਗੁੱਝੀ ਪਾ। ਬਹੁਤ ਸਾਰੇ ਵੀਰ ਭੈਣਾਂ ਪਰ ਇਸ ਦਾ ਉਚਾਰਨ ਪਾਹੇ ਕਰਦੇ ਨੇ, ਲੇਕਿਨ ਅਸਲ ਉਚਾਰਨ ਪਾਹ ਹੈ। ਪਾਹ ਦਾ ਮਤਲਬ ਅੱਗ। ਉਚਾਰਨ ਜਿਹੜਾ ਹੈ ਸਹੀ ਹੈ ਉਹ ਹੈ ਪਾਹ। ਪਰ ਜੇ ਕੋਈ ਪਾਹੇ ਪੜਦਾ ਹੈ ਤਾਂ ਵਿਵਾਦ ਕਰਨ ਦੀ ਲੋੜ ਨਹੀਂ ਹੈ। ਉਚਾਰਨ ਦੇ ਵਿੱਚ ਥੋੜੇ ਬਾਤੇ ਮਤਭੇਦ ਜਿਹੜੇ ਨੇ ਇਲਾਕੇ ਦੀ ਭਾਸ਼ਾ ਜਾਂ ਜਿਸ ਨੂੰ ਜਿਵੇਂ ਪੜ੍ਹਾ ਦਿੱਤਾ ਜਾਂਦਾ ਹੈ ਉਵੇਂ ਉਚਾਰਨ ਕਰਦਾ, ਲੇਕਿਨ ਸ਼ੁੱਧ ਉਚਾਰਨ ਇਸ ਦਾ ਹੈ ਪਾਹ। ਕਿਝ ਨਾ ਬੁੱਝੇ, ਕਿਝ ਦਾ ਮਤਲਬ ਕੁਝ ਵੀ, ਬੁੱਝੇ ਦਾ ਮਤਲਬ ਸਮਝ ਆਉਣਾ, ਪਤਾ ਲੱਗਣਾ। ਦੁਨੀਆ ਦਾ ਮਤਲਬ ਦੁਨੀਆ ਦਾ ਮੋਹ। ਗੁੱਝੀ ਪਾ, ਲੁਕਵੀਂ ਅੱਗ। ਪਾ ਦਾ ਮਤਲਬ ਅੱਗ। ਹੁਣ ਦੁਨੀਆ ਵੇਖਣ ਨੂੰ ਤਾਂ ਗੁਲਜ਼ਾਰ ਲੱਗਦੀ ਹੈ, ਇਹ ਸੰਸਾਰ ਜਿਹੜਾ ਬੜਾ ਸੁਹਾਵਣਾ ਹੈ। ਇਹਨੂੰ ਵੇਖੋਗੇ ਤਾਂ ਚਾਰ ਚਫੇਰੇ ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਚਾਰ ਚਫੇਰੇ ਆਪ ਨੂੰ ਨਜ਼ਰ ਆਵੇਗੀ। ਇੱਥੇ ਅਨੰਤ ਕਿਸਮ ਦੇ ਫਲ ਫੁੱਲ ਅਨਾਜ, ਇੱਥੇ ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਪੈਟਰੋਲੀਅਮ ਪਦਾਰਥ, ਇੱਥੇ ਸੋਨੇ ਚਾਂਦੀ ਦੀਆਂ ਖਾਨਾਂ, ਇੱਥੇ ਪਹਾੜ ਪਰਬਤ ਝੀਲਾਂ ਨਦੀਆਂ ਨਾਲੇ ਦਰਿਆ, ਹਜ਼ਾਰਾਂ ਕਿਸਮ ਦੇ ਫੁੱਲ ਔਰ ਫਲ, ਫਿਰ ਅਨੰਤ ਆਕਾਸ਼ ਗੰਗਾਵਾਂ ਖੰਡ ਮੰਡਲ ਬ੍ਰਹਿਮੰਡ ਮਨੁੱਖ ਮਾਤਰ ਪਸ਼ੂ ਪੰਛੀ। ਚਾਰ ਚਫੇਰੇ ਖੁਸ਼ੀਆਂ ਹੀ ਖੁਸ਼ੀਆਂ ਨੇ, ਚਾਰ ਚਫੇਰੇ ਵਿਗਾਸਤਾ ਹੀ ਵਿਗਾਸਤਾ ਹੈ। ਹਰ ਇਨਸਾਨ ਦੇ ਅੰਦਰ ਸ਼ੁਭ ਗੁਣਾਂ ਦੇ ਭੰਡਾਰੇ ਭਰੇ ਪਏ ਨੇ। ਇਹ ਗੱਲ ਵੱਖਰੀ ਹੈ ਕਿ ਅਸੀਂ ਉਹਨਾਂ ਨੂੰ ਵਰਤਦੇ ਨਹੀਂ। ਦੁਨੀਆ ਤਾਂ ਹਰ ਕਾ ਬਾਗਰਾ ਹੈ। ਦੁਨੀਆ ਨੂੰ ਤਾਂ ਗੁਰੂ ਜੀ ਕਹਿੰਦੇ ਨੇ ਇਹ ਜਗ ਸੱਚੀ ਕੀ ਹੈ ਕੋਠੜੀ, ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਤਾਂ ਦੁਨੀਆ ਤਾਂ ਗੁਲਜ਼ਾਰ ਹੈ, ਪਰ ਇੱਥੇ ਦੁਨੀਆ ਗੁੱਝੀ ਪਾ। ਅੰਦਰ ਮਨ ਦੇ ਅੰਦਰ ਜੋ ਵਿਕਾਰ ਭੁੱਖ ਰਹੇ ਨੇ ਨਾ, ਇਹ ਜ਼ਿੰਦਗੀ ਦੇ ਸਹੀ ਰਾਸਤੇ ਦੀ ਸੂਝ-ਬੂਝ ਨਹੀਂ ਪੈਣ ਦਿੰਦੇ। ਕਿਝ ਨਾ ਬੁੱਝੇ ਕਿਝ ਨਾ ਸੁਝੇ ਦਾ ਮਤਲਬ ਮੈਨੂੰ ਜ਼ਿੰਦਗੀ ਦੇ ਸਹੀ ਰਾਸਤੇ ਦੀ ਕੋਈ ਸਮਝ ਨਹੀਂ ਪੈ ਰਹੀ, ਕੁਛ ਮੈਨੂੰ ਸੁਝ ਨਹੀਂ ਰਿਹਾ ਕਿ ਮੈਂ ਜ਼ਿੰਦਗੀ ਵਿੱਚ ਕੀ ਕਰਾਂ ਤੇ ਕੀ ਨਾ ਕਰਾਂ। ਜ਼ਿੰਦਗੀ ਦਾ ਗੋਲ ਮੇਰਾ ਹੈ ਦਿਸ ਨਹੀਂ ਰਿਹਾ। ਔਰ ਤੁਸੀਂ ਜਦੋਂ ਇਹਨੂੰ ਧਿਆਨ ਦੇ ਨਾਲ ਵੇਖੋਗੇ ਨਾ ਤਾਂ 99% ਕਿ 99.99% ਲੋਕਾਂ ਦੀ ਜ਼ਿੰਦਗੀ ਦਾ ਨਾ ਏਮ ਨਹੀਂ ਹੁੰਦਾ, ਬਹੁਤਾਤ ਗਿਣਤੀ ਦਾ। ਸਾਰੇ ਐਸੇ ਨਹੀਂ ਕਿ ਸਾਰਿਆਂ ਦਾ ਗੋਲ ਨਾ ਹੋਵੇ, ਲੇਕਿਨ ਬਹੁਤਾਤ ਗਿਣਤੀ ਦਾ ਗੋਲ ਨਹੀਂ ਹੈ, ਏਮ ਨਹੀਂ ਹੈ। ਤੇ ਗੋਲ ਹੈ ਪੂਰੀ ਦੀ ਪੂਰੀ ਸ਼ਖਸੀਅਤ ਦਾ, ਰਾਜਨੀਤਿਕ ਧਾਰਮਿਕ ਆਰਥਿਕ ਸਮਾਜਿਕ ਸਰੀਰਕ ਮਾਨਸਿਕ ਬੌਧਿਕ ਆਤਮਿਕ ਪਰਿਵਾਰਕ ਵਿਵਹਾਰਕ ਤੌਰ ਤੇ ਸਾਡਾ ਕੀ ਗੋਲ ਹੈ। ਮੇਰੀ ਸ਼ਬਦਾਵਲੀ ਕੈਸੀ ਹੋਵੇ, ਮੇਰੀ ਟੋਨ ਕੈਸੀ ਹੋਵੇ, ਮੇਰੀ ਮੈਂਟੈਲਿਟੀ ਕੈਸੀ ਹੋਵੇ, ਆਮ ਬੰਦੇ ਦਾ ਗੋਲ ਨਹੀਂ ਹੈ। ਕੁਝ ਵੀ ਨਹੀਂ ਸੁਝਦਾ ਕਿ ਮੈਂ ਗੋਲ ਕੈਸਾ ਕਿਵੇਂ ਬਣਾਵਾਂ, ਕੈਸੀ ਜ਼ਿੰਦਗੀ ਜੀਵਾਂ। ਨਾ ਸੁਝਣ ਦਾ ਕਾਰਨ ਕੀ ਹੈ? ਦੁਨੀਆ ਗੁੱਝੀ ਪਾ। ਜੋ ਦੁਨੀਆ ਦਾ ਮੋਹ ਹੈ, ਜੋ ਦੁਨੀਆ ਦੇ ਅੰਦਰ ਵਿਕਾਰ ਨੇ, ਉਹਨਾਂ ਵਿਕਾਰਾਂ ਕਰਕੇ, ਉਸ ਪਕੜ ਕਰਕੇ ਮੈਨੂੰ ਕੁਝ ਵੀ ਸੁੱਝ ਬੁੱਝ ਨਹੀਂ ਰਿਹਾ। ਔਰ ਯਾਦ ਰੱਖਣਾ, ਇਹ ਜੋ ਮਾਇਆ ਹੈ ਨਾ ਜਾਂ ਵਿਕਾਰ ਨੇ, ਅਸਲ ਦੇ ਵਿੱਚ ਇਹ ਬੰਧਨ ਅਸੀਂ ਕਹਿ ਦਿੰਦੇ ਹਾਂ, ਪਰ ਇਹ ਬੰਧਨ ਨਹੀਂ, ਇਹ ਨਾ ਪਕੜ ਹੈ। ਜਿਹੜੇ ਬੰਧਨ ਨੇ ਉਹ ਪਕੜ ਕਰਕੇ ਪੈਂਦੇ ਨੇ। ਇਹ ਚੀਜ਼ ਨੂੰ ਥੋੜਾ ਜਿਹਾ ਸਮਝਣਾ। ਦੋ ਮਿਸਾਲਾਂ ਗੁਰਬਾਣੀ ਦੇ ਅੰਦਰ ਗੁਰੂ ਜੀ ਨੇ ਵਰਤੀਆਂ ਨੇ। ਇੱਕ ਤਾਂ ਵਰਤੀ ਹੈ ਬਾਂਦਰ ਦੀ ਮਿਸਾਲ ਕਿ ਮਰਕਟ ਮੁਸ਼ਟੀ ਅਨਾਜ ਕੀ ਮਨ ਬੋਰਾਰੇ ਲੀਨੀ ਹਾਥ ਪਸਾਰ ਛੂਟਨ ਕੋ ਸੈਸਾ ਪਰਿਆ। ਇਹ ਵਿਚਾਰ ਤੁਸੀਂ ਹਰ ਪ੍ਰਚਾਰਕ ਵੀਰ ਤੋਂ ਸੁਣਦੇ ਹੋ ਤੇ ਤੁਸੀਂ ਕਈ ਵਾਰ ਸੁਣੀ, ਇਸ ਕਰਕੇ ਮੈਂ ਇੱਥੇ ਜ਼ਿਆਦਾ ਨਹੀਂ ਟਾਈਮ ਲਵਾਂਗਾ। ਬਾਂਦਰ ਕੁੱਜੀ ਦੇ ਵਿੱਚ ਹੱਥ ਪਾ ਦਿੰਦਾ ਹੈ,
ਹੱਥ ਆਰਾਮ ਨਾਲ ਪੈ ਗਿਆ। ਅੰਦਰ ਹੁਣ ਦਾਣਿਆਂ ਦੀ ਮੁੱਠ ਭਰ ਲਈ। ਹੁਣ ਜਦੋਂ ਬਾਹਰ ਕੱਢਦਾ ਤਾਂ ਬਾਹਰ ਨਿਕਲਦਾ ਨਹੀਂ, ਹੱਥ ਫਸ ਗਿਆ। ਹਾਲਾਂਕਿ ਜੇ ਦਾਣੇ ਛੱਡ ਦੇਵੇ ਤਾਂ ਹੱਥ ਆਰਾਮ ਨਾਲ ਨਿਕਲ ਸਕਦਾ ਹੈ। ਬਾਂਦਰ ਇਹ ਸਮਝ ਰਿਹਾ ਹੈ ਕਿ ਮੈਂ ਫਸ ਗਿਆ ਹਾਂ, ਪਕੜ ਹੈ, ਕੁੱਜੀ ਨੇ ਫੜ ਲਿਆ ਹੈ ਮੈਨੂੰ, ਇਹ ਬੰਧਨ ਹੈ, ਬੰਧਨ ਵਿੱਚ ਫਸ ਗਿਆ। ਲੇਕਿਨ ਅਸਲ ਦੇ ਵਿੱਚ ਪਕੜ ਹੈ, ਉਹਨੇ ਦਾਣੇ ਫੜੇ ਹੋਏ ਨੇ, ਜੇ ਉਹਨਾਂ ਨੂੰ ਛੱਡ ਦੇਵੇ ਤੇ ਉਹ ਬੰਧਨ ਚੋਂ ਬਚ ਸਕਦਾ ਹੈ, ਪਰ ਛੱਡਦਾ ਨਹੀਂ। ਕਲੰਦਰ ਆਣ ਕੇ ਗਲ ਚ ਰੱਸੀ ਪਾ ਲੈਂਦਾ, ਫਿਰ ਸਾਰੀ ਜ਼ਿੰਦਗੀ ਨੱਚਦਾ ਫਿਰਦਾ ਹੈ। ਦੂਜੀ ਮਾਲ ਦਿੱਤੀ ਹੈ, ਜਿਉ ਨਲਨੀ ਸੂਟਾ ਗਹਿਓ ਮਨ ਬੋਰਾਰੇ ਮਾਇਆ ਇਹ ਵਿਵਹਾਰ। ਸੂਟਾ ਦਾ ਮਤਲਬ ਤੋਤਾ। ਤੋਤੇ ਨੂੰ ਫੜਨ ਵਾਸਤੇ ਇੱਕ ਜੰਤਰ ਬਣਾਇਆ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਨਲਨੀ। ਇਸ ਤਰ੍ਹਾਂ ਦੋ ਡੰਡੀਆਂ ਗੱਡ ਕੇ ਇੱਕ ਰੱਸੀ ਵਿੱਚ ਪਾਈਪ ਪਾ ਕੇ ਤੇ ਉਹਨਾਂ ਡੰਡੀਆਂ ਤੇ ਐਵੇਂ ਬੰਨ੍ਹ ਦਿੱਤਾ ਜਾਂਦਾ ਹੈ। ਉਹਦੇ ਥੱਲੇ ਪਾਣੀ ਦਾ ਇੱਕ ਕੌਲਾ ਭਰ ਕੇ ਰੱਖਿਆ ਹੈ ਬਰਤਨ ਚ, ਫਿਰ ਇਹ ਦਾਣੇ ਖਿਲਾਰੇ ਨੇ। ਤੋਤਾ ਦਾਣੇ ਚੁੱਗਣ ਲਈ ਆਉਂਦਾ ਹੈ, ਉਸ ਨਲਨੀ ਦੇ ਉੱਤੇ ਬਹਿ ਜਾਂਦਾ ਹੈ। ਹੁਣ ਪੰਜੇ ਨਾਲ ਨਲਨੀ ਫੜ ਲਈ ਤੇ ਵਜਨ ਦੇ ਨਾਲ ਉਹ ਘੁੰਮ ਜਾਂਦਾ, ਤੋਤਾ ਪੁੱਠਾ ਲਟਕ ਗਿਆ। ਥੱਲੇ ਵੇਖਦਾ, ਪਾਣੀ ਦਿਸਦਾ ਤੇ ਸੋਚਦਾ, ਜੇ ਮੈਂ ਉੱਤੋਂ ਪੈਰ ਛੱਡੇ ਤੇ ਮੈਂ ਪਾਣੀ 'ਚ ਡੁੱਬ ਕੇ ਮਰ ਜਾਵਾਂ। ਹਾਲਾਂਕਿ ਡੁੱਬ ਕੇ ਉਹਨੇ ਮਰਨਾ ਨਹੀਂ। ਗੁਰੂ ਜੀ ਕਹਿੰਦੇ ਨੇ, ਨਿਕਸ ਰੇ ਪੰਖੀ ਸਿਮਰ ਹਰ ਪਾਂਖ, ਕਿ ਆਪਣੇ ਖੰਭਾਂ ਦੀ ਤਾਕਤ ਨੂੰ ਪਹਿਚਾਣ, ਖੰਭਾਂ ਨੂੰ ਫੜ ਫੜਾ ਤੇ ਛੱਡ ਕੇ ਉੱਡ ਜਾ। ਹੁਣ ਉਹ ਨਲਨੀ ਨੂੰ ਨਹੀਂ ਛੱਡਦਾ, ਇਸ ਕਰਕੇ ਪਿੰਜਰੇ ਦੇ ਬੰਧਨ ਵਿੱਚ ਪੈ ਜਾਂਦਾ। ਠੀਕ ਇਹੀ ਗੱਲ ਇੱਥੇ ਹੈ ਕਿ ਜੋ ਸਾਨੂੰ ਜੀਵਨ ਦਾ ਸਹੀ ਰਾਸਤਾ ਨਹੀਂ ਸੁਝ ਰਿਹਾ ਨਾ, ਸਾਨੂੰ ਜੀਵਨ ਦਾ ਸਹੀ ਰਾਸਤਾ ਨਹੀਂ ਸੁਝ ਰਿਹਾ, ਤਾਂ ਉਹਦਾ ਕਾਰਨ ਕੀ ਹੈ ਕਿ ਪਕੜ ਹੈ ਸਾਡੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਅਸਾਂ ਫੜਿਆ ਹੋਇਆ ਹੈ। ਅਸੀਂ ਕਹਿੰਦੇ ਆ ਨਾ ਕਿ ਮੈਨੂੰ ਗੁੱਸਾ ਦਵਾ ਦਿੱਤਾ। ਹੁਣ ਗੁੱਸਾ ਬਾਹਰੋਂ ਨਹੀਂ ਕਿਸੇ ਨੇ ਦਵਾਇਆ, ਗੁੱਸਾ ਤੇ ਅੰਦਰ ਹੈ। ਦੂਜੇ ਨੇ ਤੇ ਇੱਕ ਹਾਲਾਤ ਪੈਦਾ ਕੀਤਾ। ਲਾਲਚ ਸਾਡੇ ਅੰਦਰ ਹੈ, ਅਸੀਂ ਫੜਿਆ ਹੋਇਆ ਹੈ ਉਹਨਾਂ ਨੂੰ। ਜੇ ਅਸੀਂ ਚਾਹੀਏ ਤੇ ਛੱਡ ਸਕਦੇ ਹਾਂ, ਜੇ ਅਸੀਂ ਚਾਹੀਏ ਤੇ ਸਤ ਸੰਤੋਖ ਦੇ ਧਾਰਨੀ ਹੋ ਸਕਦੇ ਹਾਂ। ਜਿਵੇਂ ਆਪਾਂ ਵਿਚਾਰ ਰੋਜ਼ ਕਰਦੇ ਹਾਂ, ਜਦੋਂ ਅਸੀਂ ਝੂਠ ਬੋਲਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਝੂਠ ਬੋਲ ਰਹੇ ਹਾਂ, ਜਾਣ ਕੇ ਬੋਲ ਰਹੇ ਹਾਂ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ, ਜੋ ਦੁਨੀਆ ਦਾ ਮੋਹ ਹੈ, ਵਿਕਾਰ ਨੇ, ਇਹ ਅੰਦਰ ਗੁੱਜੀ ਅਗਨ ਹੈ, ਅੰਦਰ ਅੰਦਰ ਬਲਦੀ ਵੀ ਸੋਚ ਦੇ ਅੰਦਰ, ਮੈਂਟੈਲਿਟੀ ਦੇ ਅੰਦਰ। ਇਸ ਕਰਕੇ ਜੀਵਨ ਦਾ ਸਹੀ ਰਾਸਤਾ ਨਹੀਂ ਸੁਝ ਰਿਹਾ, ਕੋਈ ਗੋਲ ਨਹੀਂ ਬਣ ਰਿਹਾ। ਸਾਈਂ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਭੀ ਦੱਝਾਂ ਆਹ। ਸਾਈਂ ਮੇਰੇ ਦਾ ਮਤਲਬ ਮੇਰੇ ਮਾਲਕ ਨੇ, ਹਮ ਵੀ ਦਾ ਮਤਲਬ ਹੋਂ ਭੀ, ਮੈਂ ਵੀ, ਹਮ ਭੀ, ਦੱਝਾਂ ਆਹ, ਮੈਂ ਵੀ ਸੜ ਜਾਣਾ ਸੀ। ਬਾਬਾ ਫਰੀਦ ਜੀ ਕਹਿੰਦੇ ਨੇ, ਮੇਰੇ ਸਾਈਂ ਨੇ ਚੰਗਾ ਕੀਤਾ ਦਾ ਮਤਲਬ ਮੇਰੇ ਤੇ ਮਿਹਰ ਕੀਤੀ, ਮੈਨੂੰ ਇਸ ਅੱਗ ਤੋਂ ਬਚਾ ਲਿਆ, ਨਹੀਂ ਤਾਂ ਮੈਂ ਵੀ ਆਮ ਜਨਤਾ ਦੀ ਤਰ੍ਹਾਂ ਇਸ ਅੱਗ ਦੇ ਅੰਦਰ ਸੜ ਜਾਣਾ ਸੀ। ਮੈਂ ਵੀ ਇਸ ਅੱਗ ਦੇ ਅੰਦਰ ਸੜ ਜਾਣਾ ਸੀ, ਮਾਲਕ ਨੇ ਮੇਰੇ ਤੇ ਮਿਹਰ ਕੀਤੀ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਬੰਦਾ ਬੜਾ ਚਲਾਕ ਹੈ। ਇਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਵਾਸਤੇ ਬਹੁਤ ਸਾਰੀਆਂ ਮਿਸਾਲਾਂ ਦਿੰਦਾ ਰਹਿੰਦਾ ਹੈ। ਜਦੋਂ ਅਸੀਂ ਗੱਲ ਕਹਿੰਦੇ ਹਾਂ ਵੀ ਰੱਬ ਦੀ ਮਿਹਰ, ਤਾਂ ਇੰਜ ਪ੍ਰਤੀਤ ਹੋਏਗਾ ਕਿ ਬਾਬਾ ਫਰੀਦ ਜੀ ਤੇ ਰੱਬ ਨੇ ਮਿਹਰ ਕਰ ਦਿੱਤੀ, ਉਹਨੂੰ ਤੇ ਬਚਾ ਲਿਆ, ਸਾਡੇ ਤੇ ਮਿਹਰ ਨਹੀਂ ਕੀਤੀ, ਅਸੀਂ ਫਸੇ ਪਏ ਹਾਂ। ਇੱਕ ਤੇ ਮਿਹਰ ਕਰ ਦਿੱਤੀ, ਦੂਜੇ ਤੇ ਨਹੀਂ ਕੀਤੀ, ਤਾਂ ਫਿਰ ਰੱਬ ਨਿਰਵੈਰ ਕਿਵੇਂ ਹੋਇਆ? ਇਸ ਲਈ ਜੋ ਵੀ ਅਸੀਂ ਅਰਥ ਕਰਨੇ ਨੇ, ਮੂਲ ਮੰਤਰ ਦੇ ਉੱਤੇ ਬੇਸਡ ਹੋਣੇ ਚਾਹੀਦੇ ਨੇ। ਰੱਬ ਨਿਰਵੈਰ ਹੈ ਨਾ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਈ। ਸਤਿਗੁਰ ਅੰਦਰੋਂ ਨਿਰਵੈਰ ਹੈ, ਤਿਨ ਵਿੱਚੋਂ ਤਿਸ਼ਟਿਆ ਨਾ ਕੋਈ। ਤਾਂ ਰੱਬ ਨੇ ਤਾਂ ਮਿਹਰ ਕੀਤੀ ਹੋਈ ਆ, ਸਾਰਾ ਸੰਸਾਰ ਉਹਦੀ ਮਿਹਰ ਹੀ ਹੈ। ਸਾਡਾ ਸਰੀਰ, ਸਾਡੀਆਂ ਅੱਖਾਂ, ਧੀਆਂ, ਪੁੱਤਰ, ਭੈਣ, ਭਰਾ, ਜ਼ਮੀਨ, ਜਾਇਦਾਦ, ਧਨ ਦੌਲਤ, ਖੰਡ ਮੰਡਲ, ਬ੍ਰਹਿਮੰਡ, ਅਨੰਤ, ਆਕਾਸ਼ ਗੰਗਾਵਾਂ, ਯੂਨੀਵਰਸ, ਪਸ਼ੂ ਪੰਛੀ, ਇਹ ਸਭ ਉਹਦੀ ਮਿਹਰ ਹੀ ਤੇ ਹੈ। ਹੁਣ ਅਸੀਂ ਉਹਦੀ ਮਿਹਰ ਨੂੰ ਵਰਤਣਾ ਹੈ, ਅਸੀਂ ਮਿਹਰ ਦੇ ਪਾਤਰ ਬਣਨਾ ਹੈ ਕਿ ਸਾਡੇ ਕੋਲ ਬਰਤਨ ਕਿੰਨਾ ਕੁ ਹੈ। ਜਿਵੇਂ ਸਮੁੰਦਰ ਤੇ ਜਾਓ ਖਾਲੀ ਹੱਥੀਂ ਤੇ ਖਾਲੀ ਹੱਥੀਂ ਆ ਜਾਓ। ਚਮਚਾ ਲੈ ਜਾਓ, ਚਮਚਾ ਪਾਣੀ ਦਾ ਭਰ ਲਿਓ, ਘੜਾ ਲੈ ਜਾਓ, ਘੜਾ ਭਰ ਲਿਓ।
ਟੈਂਕਰ ਲੈ ਜਾਓ, ਟੈਂਕਰ ਭਰ ਲਿਓ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਪਾਣੀ ਓਨਾ ਮਿਲੇਗਾ ਜਿੰਨਾ ਬਰਤਨ ਹੈ। ਤਾਂ ਰੱਬ ਦੀ ਮਿਹਰ ਦਾ ਮਤਲਬ ਕਿ ਰੱਬੀ ਗੁਣ ਮੇਰੇ ਅੰਦਰ ਨੇ, ਮੈਂ ਉਹਨਾਂ ਦਾ ਪਾਤਰ ਬਣਿਆ, ਮੈਂ ਉਸ ਮਿਹਰ ਨੂੰ ਯੂਜ਼ ਕੀਤਾ ਤੇ ਮੈਂ ਬਚ ਗਿਆ, ਨਹੀਂ ਤੇ ਮੈਂ ਵੀ ਸੜ ਜਾਣਾ ਸੀ, ਨਹੀਂ ਤਾਂ ਮੈਂ ਵੀ ਸੜ ਜਾਣਾ ਸੀ। ਇਸ ਚੀਜ਼ ਨੂੰ ਥੋੜਾ ਜਿਹਾ ਹੋਰ ਸਮਝ ਲਓ। ਹੁਣ ਗੁਰੂ ਦੀ ਮਿਹਰ ਕੀ ਹੈ? ਦੇਖੋ, ਮੈਂ ਇੱਕ ਪੰਕਤੀ ਬੋਲ ਰਿਹਾ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਹੁਣ ਇਸ ਵਕਤ ਕਲਾਸ ਦੇ ਵਿੱਚ 42 ਮੈਂਬਰ ਆ ਤੇ ਅਸੀਂ 42 ਦੇ 42 ਮੈਂਬਰਾਂ ਨੇ ਇਹ ਗੱਲ ਸੁਣੀ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਮੈਂ ਵੀ, ਤੁਸੀਂ ਵੀ, ਅਸੀਂ 42 ਜਣਿਆਂ ਨੇ ਗੱਲ ਸੁਣੀ। ਇਹਦਾ ਮਤਲਬ 42 ਜਣਿਆਂ ਦੇ ਉੱਤੇ ਗੁਰੂ ਨੇ ਮਿਹਰ ਕੀਤੀ ਵੀ ਸੱਚ ਬੋਲੋ, ਝੂਠ ਨਾ ਬੋਲੋ, ਫਰਜ਼ਾਂ ਨੂੰ ਪੂਰੀਆਂ ਕਰੋ। ਕੀਤੀ ਨਾ ਮਿਹਰ। ਹੁਣ ਜਿਹੜਾ ਤੇ ਇਸ ਚੀਜ਼ ਨੂੰ ਅਮਲ ਕਰੇਗਾ, ਇੰਪਲੀਮੈਂਟ ਕਰੇਗਾ, ਸੱਚ ਦੀ ਧਰਮ ਦੀ ਗੱਲ ਕਰੇਗਾ, ਉਹਨੇ ਤੇ ਮਿਹਰ ਲੈ ਲਈ। ਤੇ ਮੇਰੇ ਵਰਗੇ ਨੇ ਕਿਹਾ ਵੀ ਮੈਂ ਨਹੀਂ ਸੱਚ ਬੋਲਣਾ, ਮੈਨੂੰ ਮਿਹਰ ਨਹੀਂ ਚਾਹੀਦੀ, ਤਾਂ ਮੈਂ ਮਿਹਰ ਨੂੰ ਆਪ ਇਨਕਾਰ ਕਰ ਦਿੱਤਾ। ਤਾਂ ਇਹਦਾ ਮਤਲਬ ਰੱਬੀ ਮਿਹਰ ਦਾ ਮਤਲਬ ਕਿ ਸਾਡੇ ਅੰਦਰ ਹਰ ਇਨਸਾਨ ਵਿੱਚ ਅਨੰਤ ਗੁਣ ਨੇ, ਮਿਹਰ ਰੱਬ ਨੇ ਕੀਤੀ ਹੋਈ ਹੈ। ਅਸੀਂ ਪਾਤਰ ਬਣਨਾ ਹੈ, ਉਹਨਾਂ ਗੁਣਾਂ ਨੂੰ ਵਰਤੋਂ ਵਿੱਚ ਲਿਆਉਣਾ ਹੈ। ਤਾਂ ਬਾਬਾ ਫਰੀਦ ਜੀ ਸਮਝਾ ਰਹੇ ਨੇ ਕਿ ਮੇਰੇ ਮਾਲਕ ਨੇ ਮਿਹਰ ਕੀਤੀ, ਮੈਂ ਉਹਨਾਂ ਰੱਬੀ ਗੁਣਾਂ ਨੂੰ ਅਪਣਾਇਆ, ਨਹੀਂ ਤੇ ਮੈਂ ਵੀ ਸੜ ਜਾਣਾ ਸੀ। ਤਾਂ ਹੁਣ ਸਾਨੂੰ ਇੱਥੇ ਜੀਣ ਵਾਸਤੇ ਕੀ ਮਿਲਿਆ ਕਿ ਜਿਹੜਾ ਵੀ ਇਨਸਾਨ, ਉਹ ਚਾਹੇ ਮੈਂ ਹਾਂ ਜਾਂ ਤੁਸੀਂ ਜਾਂ ਕੋਈ ਥਰਡ ਪਰਸਨ ਹੈ, ਜੇ ਆਪਣੀ ਮੈਂਟੈਲਿਟੀ, ਆਪਣੀ ਸੋਚ ਦੇ ਅੰਦਰ ਅਵਗੁਣਾਂ ਨੂੰ ਵਸਾ ਲਵੇਗਾ ਤਾਂ ਉਹ ਗੁੱਝੀ ਅੱਗ ਹੋਏਗੀ। ਤੇ ਜਿਹਦੇ ਅੰਦਰ ਗੁੱਝੀ ਅੱਗ ਹੈ ਵਿਕਾਰਾਂ ਦੀ, ਉਹਨੂੰ ਕੁਝ ਵੀ ਸੁੱਝੇ ਬੁੱਝੇਗਾ ਨਹੀਂ ਜੀਵਨ ਦਾ ਸਹੀ ਰਾਸਤਾ, ਇਨਸਾਨੀਅਤ ਵਾਲਾ ਰਾਸਤਾ। ਉਹਦੀ ਆਤਮਕ ਮੌਤ ਹੋਏਗੀ, ਉਹਦਾ ਕੋਈ ਗੋਲ ਨਹੀਂ ਹੋਏਗਾ, ਉਹ ਭਟਕਣਾ ਵਿੱਚ ਪਿਆ ਹੋਏਗਾ। ਤੇ ਜਿਹੜਾ ਇਨਸਾਨ ਰੱਬੀ ਗੁਣਾਂ ਦਾ ਧਾਰਨੀ ਹੋ ਜਾਏਗਾ, ਉਹ ਇਸ ਅੱਗ ਤੋਂ ਬਚ ਜਾਏਗਾ। ਜੋ ਆਪਣੀ ਮੈਂਟੈਲਿਟੀ, ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾ ਲਏਗਾ, ਮਨ ਬਚਨ ਕਰਮ ਕਰਕੇ ਇਹਨਾਂ ਨੂੰ ਅਪਣਾ ਲਵੇਗਾ, ਉਹ ਇਨਸਾਨ ਸੜਨ ਤੋਂ, ਜਲਨ ਤੋਂ, ਆਤਮਕ ਮੌਤ ਤੋਂ ਬਚ ਜਾਏਗਾ। ਤਾਂ ਸਾਨੂੰ ਸਮਝਾਇਆ ਜਾ ਰਿਹਾ ਹੈ ਪਿਆਰਿਓ, ਆਤਮਕ ਮੌਤ ਤੋਂ ਬਚੋ, ਆਪਣੀ ਜ਼ਿੰਦਗੀ ਦਾ ਕੋਈ ਉੱਚਾ ਸੁੱਚਾ ਗੋਲ ਔਰ ਏਮ ਬਣਾਓ, ਤਾਂ ਇਸ ਦੁਨੀਆ ਵਿੱਚ ਜੇ ਆਏ ਹੋ ਤੇ ਕੁਛ ਕਰ ਜਾਓ। ਸਿਆਣੇ ਬੰਦਿਆਂ ਨੇ ਬਹੁਤ ਵਧੀਆ ਗੱਲਾਂ ਕਹੀਆਂ ਨੇ ਦੋ। ਉਹ ਕਹਿੰਦੇ ਨੇ ਜਦੋਂ ਇਸ ਦੁਨੀਆ ਵਿੱਚ ਆਏ ਹੋ ਨਾ ਤੇ ਦੋ ਕੰਮਾਂ ਚੋਂ ਇੱਕ ਕੰਮ ਜ਼ਰੂਰ ਕਰ ਜਾਓ। ਜਾਂ ਤੇ ਕੁਛ ਐਸਾ ਲਿਖ ਜਾਓ ਕਿ ਲੋਕ ਪੜ੍ਹਦੇ ਰਹਿਣ ਤੁਹਾਡੇ ਮਰਨ ਤੋਂ ਬਾਅਦ, ਜਾਂ ਤਾਂ ਕੁਛ ਐਸਾ ਲਿਖ ਜਾਓ ਕਿ ਲੋਕ ਪੜ੍ਹਦੇ ਰਹਿਣ ਔਰ ਸੇਧ ਲੈਂਦੇ ਰਹਿਣ, ਤੇ ਜਾਂ ਫਿਰ ਕੁਛ ਐਸਾ ਕਰ ਜਾਓ ਕਿ ਲੋਕ ਤੁਹਾਡੇ ਵਾਸਤੇ ਲਿਖਦੇ ਰਹਿਣ, ਲੋਕ ਲਿਖਦੇ ਰਹਿਣ, ਤੁਹਾਡੀਆਂ ਸਿਫਤਾਂ ਲਿਖਦੇ ਰਹਿਣ, ਤੁਹਾਡੇ ਜੀਵਨ ਬਾਰੇ ਲਿਖਦੇ ਰਹਿਣ, ਔਰ ਲੋਕ ਤੁਹਾਡੇ ਜੀਵਨ ਤੋਂ ਕੁਝ ਸੇਧ ਲੈਂਦੇ ਰਹਿਣ। ਤੇ ਜੇ ਇਹਨਾਂ ਦੋ ਕੰਮਾਂ ਚੋਂ ਕੁਝ ਵੀ ਨਹੀਂ ਕਰਕੇ ਗਏ ਤਾਂ ਫਿਰ ਤਾਂ ਆਏ ਨਾ ਆਏ ਇੱਕ ਬਰਾਬਰ ਹੋ ਗਏ ਨਾ। ਅਗਲਾ ਬਚਨ ਕਰਦੇ ਨੇ, ਫਰੀਦਾ ਜੇ ਜਾਣਾ ਤਿਲ ਥੋੜੜੇ, ਇਹਨੂੰ ਕਈ ਥੋਥੜੇ ਪੜ ਜਾਂਦੇ ਨੇ, ਬੋਲਣ ਲੱਗਿਆ ਪ੍ਰੋਬਲਮ ਆ ਜਾਂਦੀ। ਥੋੜੜੇ ਸੰਭਲ ਬੁੱਕ ਭਰੀ, ਇਹਨੂੰ ਭਰੀ ਨਹੀਂ ਪੜਨਾ, ਭਰੀ ਬਿੰਦੀ ਲਾ ਕੇ ਮੈਂ ਭਰਾਂ। ਜੇ ਜਾਣਾ ਸ਼ੋਹ ਨੰਢੜਾ ਤਾਂ ਥੋੜਾ ਮਾਣ ਕਰੀ, ਫਸਟ ਪਰਸਨ ਦੀ ਗੱਲ ਹੈ, ਮੈਂ ਕਰਾਂ। ਜੇ ਦਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਮੈਨੂੰ ਪਤਾ ਹੋਵੇ ਵੀ ਤਿਲ ਥੋੜੇ ਜਿਹੇ ਨੇ ਤੇ ਮੈਂ ਬੁੱਕ ਨੂੰ ਸੰਭਾਲ ਕੇ ਰੱਖਾਂ ਕਿ ਉਹ ਤਿਲ ਜਿਹੜੇ ਨਾ ਮੇਰੀ ਬੁੱਕ ਦੇ ਵਿੱਚੋਂ ਕਿਰ ਨਾ ਜਾਣ, ਕਿਉਂਕਿ ਤਿਲਾਂ ਨੂੰ ਹੱਥਾਂ ਵਿੱਚ ਰੱਖਣਾ ਔਖਾ ਹੈ ਨਾ। ਜੇ ਥੋੜੀ ਜਿਹੀ ਵੀ ਛੇਕ ਰਿਹਾ ਤੇ ਤਿਲ ਕਿਰ ਜਾਣੇ ਨੇ। ਜੇ ਮੈਨੂੰ ਪਤਾ ਹੁੰਦਾ ਕਿ ਤਿਲ ਥੋੜੇ ਨੇ ਤੇ ਮੈਂ ਬੁੱਕ ਬੜੇ ਪਿਆਰ ਦੇ ਨਾਲ ਭਰਦਾ ਵੀ ਉਹ ਤਿਲ ਗਵਾਚਦੇ ਨਾ, ਡਿੱਗਦੇ ਨਾ, ਸੰਭਲ ਜਾਂਦੇ। ਹੁਣ ਇੱਥੇ ਤਿਲ ਕਿਹੜੇ ਨੇ? ਸਵਾਸ, ਸਾਡੀ ਜ਼ਿੰਦਗੀ ਦੇ ਜੋ ਦਿਨ ਨੇ। ਥੋੜੜੇ ਦਾ ਮਤਲਬ ਬਹੁਤ ਥੋੜੇ, ਸੰਭਲ ਦਾ ਮਤਲਬ ਸੰਭਲ ਕੇ, ਸੋਚ ਸਮਝ ਕੇ।
ਜੇ ਮੈਨੂੰ ਇਹ ਪਤਾ ਹੁੰਦਾ ਕਿ ਸਰੀਰ ਭਾਂਡੇ ਵਿੱਚ ਬਹੁਤ ਥੋੜੇ ਜਿਹੇ ਸਵਾਸ ਨੇ, ਯਾਨੀ ਮੇਰੀ ਜ਼ਿੰਦਗੀ ਸੀਮਤ ਹੈ, ਮੈਨੂੰ ਸੀਮਤ ਜੀਵਨ ਮਿਲਿਆ ਹੈ, ਤਾਂ ਮੈਂ ਇਹਨਾਂ ਦੀ ਬੁੱਕ ਸੰਭਲ ਕੇ ਭਰਦਾ। ਸੰਭਲ ਕੇ ਬੁੱਕ ਭਰਨ ਦਾ ਮਤਲਬ ਕਿ ਮੈਂ ਬੇਪਰਵਾਹੀ ਦੇ ਨਾਲ ਇਸ ਸਮੇਂ ਨੂੰ ਨਾ ਗੁਜ਼ਾਰਦਾ, ਐਵੇਂ ਹੀ ਕਾਮ ਕ੍ਰੋਧ ਈਰਖਾ ਦਵੇਸ਼ ਵਿੱਚ ਜ਼ਿੰਦਗੀ ਨੂੰ ਬਰਬਾਦ ਨਾ ਕਰਦਾ। ਮੈਂ ਆਪਣੇ ਹਰ ਪਲ ਨੂੰ ਸੰਭਾਲਦਾ, ਮੈਂ ਸੱਚ ਨਾਲ ਜੁੜਦਾ, ਮੈਂ ਦਇਆ ਨਾਲ ਜੁੜਦਾ, ਮੈਂ ਕਿਸੇ ਦੀ ਹੈਲਪ ਕਰਦਾ, ਮੈਂ ਆਪਣੇ ਬੋਲਾਂ ਨੂੰ ਮਿੱਠਿਆ ਕਰਦਾ, ਮੈਂ ਆਪਣੇ ਵਿਹਾਰ ਨੂੰ ਚੰਗਾ ਬਣਾਉਂਦਾ, ਮੈਂ ਆਪਣੇ ਸਮੇਂ ਨੂੰ ਸੰਭਾਲਦਾ, ਇਹਦਾ ਮੈਂ ਸਹੀ ਯੂਜ਼ ਕਰਦਾ। ਤਾਂ ਅਸੀਂ ਆਪਣੇ ਸਮੇਂ ਨੂੰ ਸੰਭਾਲਣਾ ਹੈ, ਹਰ ਪਲ ਨੂੰ ਸੰਭਾਲਣਾ ਹੈ, ਕੁਛ ਨਾ ਕੁਛ ਨਵਾਂ ਕਰੋ। ਕਿਰਤ ਦਾ ਮਤਲਬ ਹੀ ਹੈ ਨਵੀਂ ਕਿਰਤ, ਕੁਛ ਨਵਾਂ ਕਰੋ। ਤੁਹਾਡਾ ਮੁਕਾਬਲਾ ਦੁਨੀਆ ਦੇ ਨਾਲ ਨਹੀਂ ਹੈ, ਤੁਹਾਡਾ ਮੁਕਾਬਲਾ ਤੁਹਾਡੇ ਆਪਣੇ ਨਾਲ ਹੈ। ਜੇ ਤੁਸੀਂ ਕੱਲ ਨਾਲੋਂ ਅੱਜ ਕੁਛ ਚੰਗਾ ਕੀਤਾ ਹੈ ਤਾਂ ਇਹਦਾ ਮਤਲਬ ਤੁਸੀਂ ਜਿੱਤੇ ਹੋ। ਕੱਲ ਤੁਸੀਂ ਜਿਵੇਂ ਬੋਲ ਬਾਣੀ ਤੁਹਾਡੀ ਸੀ, ਜੇ ਕੱਲ ਨਾਲੋਂ ਅੱਜ ਤੁਹਾਡੀ ਬੋਲ ਬਾਣੀ ਵਿੱਚ ਫਰਕ ਹੈ, ਚੰਗੀ ਬੋਲ ਬਾਣੀ ਹੈ, ਕੱਲ ਹੰਕਾਰ ਸੀ, ਅੱਜ ਥੋੜੀ ਨਿਮਰਤਾ ਆਈ ਹੈ, ਦਇਆ ਆਈ ਹੈ, ਪਿਆਰ ਆਇਆ ਹੈ, ਹਰ ਰੋਜ਼ ਕੁਛ ਨਵਾਂ ਆ ਰਿਹਾ ਹੈ, ਤਾਂ ਇਹਦਾ ਮਤਲਬ ਤੁਸੀਂ ਜਿੱਤ ਰਹੇ ਹੋ। ਤੁਹਾਡਾ ਮੁਕਾਬਲਾ ਦੁਨੀਆ ਨਾਲ ਨਹੀਂ, ਤੁਹਾਡਾ ਮੁਕਾਬਲਾ ਆਪਣੇ ਆਪ ਦੇ ਨਾਲ। ਮਨ ਜੀਤੈ ਜਗ ਜੀਤ ਵਾਲੀ ਗੱਲ ਹੈ। ਤੇ ਯਾਦ ਰੱਖਣਾ, ਜੋ ਮਨ ਨੂੰ ਜਿੱਤ ਲੈਂਦਾ ਹੈ ਉਹ ਵਿਸ਼ਵ ਵਿਜੇਤਾ ਹੋ ਜਾਂਦਾ ਹੈ। ਤੇ ਵਿਸ਼ਵ ਵਿਜੇਤਾ ਨੂੰ ਸਮਝ ਲੈਣਾ, ਹਰ ਇਨਸਾਨ ਦਾ ਆਪਣਾ ਆਪਣਾ ਇੱਕ ਨਿੱਕਾ ਜਿਹਾ ਸੰਸਾਰ ਵੱਖਰਾ ਵੀ, ਇੱਕ ਤੇ ਵੱਡਾ ਸੰਸਾਰ ਹੈ ਸਾਰਿਆਂ ਦਾ, ਪਰ ਇੱਕ ਸਾਡਾ ਸਾਰਿਆਂ ਦਾ ਛੋਟਾ ਜਿਹਾ ਸੰਸਾਰ ਵੀ ਹੈ। ਉਹ ਸੰਸਾਰ ਕਿਹੜਾ ਹੈ? ਦੇਖੋ, ਮੇਰਾ ਪਰਿਵਾਰ, ਮੇਰੇ ਨਾਨਕੇ ਦਾਦਕੇ ਸਹੁਰੇ ਰਿਸ਼ਤੇਦਾਰ ਤੇ ਮੇਰੇ ਯਾਰ ਦੋਸਤ ਤੇ ਜਿਨ੍ਹਾਂ ਵਿੱਚ ਮੈਂ ਕੰਮ ਕਰਨਾ, ਇੰਨਾ ਕੁ ਮੇਰਾ ਇੱਕ ਵੱਖਰਾ ਸੰਸਾਰ ਹੈ। ਤੁਹਾਡਾ ਸਾਰਿਆਂ ਦਾ ਵੱਖਰਾ ਵੱਖਰਾ ਇੱਕ ਸੰਸਾਰ ਹੈ ਨਾ। ਨਾਨਕੇ ਦਾਦਕੇ ਸਹੁਰੇ ਚਾਚੇ ਤਾਏ ਯਾਰ ਦੋਸਤ, ਜਿੱਥੇ ਤੁਸੀਂ ਜੌਬ ਕਰਦੇ ਹੋ, ਮਿਲਵਰਤਨ ਵਾਲੇ, ਇੱਕ ਵੱਖਰਾ ਸੰਸਾਰ ਹੈ ਨਿੱਕਾ ਜਿਹਾ। ਤੇ ਜਿਹੜਾ ਬੰਦਾ ਆਪਣੇ ਇਸ ਨਿੱਕੇ ਜਿਹੇ ਸੰਸਾਰ ਦੇ ਅੰਦਰ ਖੁਸ਼ੀ ਵਾਲੀ ਜ਼ਿੰਦਗੀ ਜੀਂਦਾ ਹੈ ਔਰ ਆਪਣੇ ਇਸ ਨਿੱਕੇ ਜਿਹੇ ਸੰਸਾਰ ਤੋਂ ਸੱਚਾ ਮਾਣ ਆਦਰ ਹਾਸਲ ਕਰ ਲੈਂਦਾ ਹੈ, ਸਮਝ ਲਓ ਉਹ ਬੰਦਾ ਵਿਸ਼ਵ ਵਿਜੇਤਾ ਹੈ। ਉਹਨੇ ਸੰਸਾਰ ਨੂੰ ਜਿੱਤ ਲਿਆ ਹੈ, ਉਹਨੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ। ਤੇ ਜੇ ਮੈਂ ਆਪਣੇ ਪਰਿਵਾਰ ਦੇ ਦਿਲ ਹੀ ਨਹੀਂ ਜਿੱਤ ਸਕਿਆ, ਮੈਂ ਆਪਣੀ ਘਰਵਾਲੀ, ਆਪਣੇ ਬੱਚੇ, ਰਿਸ਼ਤੇਦਾਰਾਂ ਤੋਂ ਹੀ ਸੱਚਾ ਮਾਣ ਆਦਰ ਹਾਸਲ ਨਹੀਂ ਕਰ ਸਕਿਆ, ਤਾਂ ਮਤਲਬ ਮੇਰੇ ਵਿੱਚ ਦੋਸ਼ ਤੇ ਹੈ ਨਾ। ਬਾਕੀ ਮੈਂ ਦੁਨੀਆ ਨੂੰ ਕੀ ਜਿੱਤਣਾ? ਇਸੇ ਨੂੰ ਕਹਿੰਦੇ ਨੇ ਸੰਭਲ ਬੁੱਕ ਭਰੀ। ਜੇ ਮੈਨੂੰ ਪਤਾ ਹੁੰਦਾ ਨਾ ਕਿ ਜੀਵਨ ਸੀਮਤ ਹੈ, ਖਤਮ ਹੋ ਰਿਹਾ ਹੈ, ਤਾਂ ਮੈਂ ਇਹਨਾਂ ਸਵਾਸਾਂ ਦੀ, ਦਿਨਾਂ ਦੀ, ਸਮੇਂ ਦੀ ਸੰਭਲ ਕੇ ਬੁੱਕ ਭਰਨੀ ਸੀ, ਸੰਭਲ ਕੇ ਤੁਰਨਾ ਸੀ, ਸੰਭਲ ਕੇ ਜ਼ਿੰਦਗੀ ਜੀਣੀ ਸੀ, ਸੁਚੇਤ ਹੋਣਾ ਸੀ, ਆਪਣੇ ਜੀਵਨ ਨੂੰ ਵਿਕਾਰਾਂ ਵਿੱਚ ਬਰਬਾਦ ਨਹੀਂ ਸੀ ਕਰਨਾ। ਤੇ ਦੂਜੀ ਗੱਲ ਕਰਦੇ ਨੇ, ਜੇ ਜਾਣਾ ਸ਼ੋ ਨੰਢੜਾ ਤਾਂ ਥੋੜਾ ਮਾਣ ਕਰੀ। ਸ਼ੋਹ ਦਾ ਮਤਲਬ ਖਸਮ, ਨੰਢੜਾ ਦਾ ਮਤਲਬ ਨੱਡਾ ਜਾਂ ਨੱਡੀ, ਅਸੀਂ ਕਹਿ ਦਿੰਦੇ ਆ ਨਾ। ਨੰਢੜਾ ਦਾ ਮਤਲਬ ਨਿੱਕਾ ਜਿਹਾ, ਨੱਡਾ ਨਿੱਕਾ ਜਿਹਾ ਬਾਲ, ਯਾਨੀ ਬਾਲ ਸੁਭਾਅ ਵਾਲਾ, ਭੋਲਾ, ਸੱਚਾ। ਬੱਚੇ ਨੇ ਨਾ, ਬੱਚਿਆਂ ਦੇ ਅੰਦਰ ਭੋਲਾਪਨ ਹੁੰਦਾ ਹੈ। ਜਿਵੇਂ ਤੁਸੀਂ ਆਪਣੇ ਪੋਤਰੇ ਨੂੰ ਕਹਿੰਦੇ ਹੋ ਕਿ ਜਾ ਬਈ ਬਿੱਟੂ, ਜਾ ਕੇ ਬਾਹਰ ਅੰਕਲ ਆਇਆ ਤੇ ਉਹਨੂੰ ਕਹਿੰਦੇ ਮੇਰਾ ਦਾਦਾ ਘਰ ਨਹੀਂ ਹੈ, ਤੇ ਉਹ ਜਾ ਕੇ ਸਿੱਧਾ ਕਹਿੰਦਾ ਅੰਕਲ ਜੀ ਮੇਰਾ ਦਾਦਾ ਕਹਿੰਦਾ ਮੈਂ ਘਰ ਨਹੀਂ ਆ। ਜਾਂ ਪਿਓ ਕਹਿੰਦਾ ਜਾ ਮੇਰੇ ਬੇਟੇ ਬਾਹਰ ਜਾ ਕੇ ਕਹਿੰਦੇ ਮੇਰਾ ਡੈਡੀ ਸੁੱਤਾ ਹੈ, ਤੇ ਬੱਚਾ ਬਾਹਰ ਜਾ ਕੇ ਕਹਿੰਦਾ ਅੰਕਲ ਮੇਰਾ ਡੈਡੀ ਕਹਿੰਦਾ ਮੈਂ ਸੁੱਤਾ ਹੋਇਆ। ਕਿਉਂਕਿ ਉਹਨੂੰ ਚਲਾਕੀਆਂ ਦਾ ਪਤਾ ਨਹੀਂ, ਭੋਲਾ ਹੈ ਨਾ, ਸੱਚਾ ਹੈ। ਉਹਨਾਂ ਵਿਚਾਰੇ ਬੱਚਿਆਂ ਨੂੰ ਫਿਰ ਛਿੱਤਰ ਮਾਰ ਮਾਰ ਕੇ ਝੂਠ ਬੋਲਣਾ ਸਿਖਾਈਦਾ, ਐਵੇਂ ਥੋੜੀ, ਐਵੇਂ ਕਰੀਦਾ। ਜੇ ਜਾਣਾ ਸ਼ੋ ਨੰਢੜਾ, ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਮੈਨੂੰ ਸਮਝ ਆ ਜਾਏ ਕਿ ਜਿਹੜਾ ਮੇਰਾ ਪ੍ਰਭੂ ਬਾਲ ਸੁਭਾਅ ਵਾਲਾ ਹੈ, ਯਾਨੀ ਭੋਲੇ ਸੁਭਾਅ ਨੂੰ ਪਿਆਰ ਕਰਨ ਵਾਲਾ ਹੈ, ਸੱਚਾ ਹੈ, ਤਾਂ ਥੋੜਾ ਮਾਣ ਕਰੀ,
फिर मैं थोड़ा मान करना सी, हंकार नहीं सी करना। फिर मैं दुनिया वाली जिहड़ी पोटली है ना, बन उठाई पोटली किथे वंजा घत, फिर मैं उहदा मान छड्ड देना सी। फिर मैं जिहड़ी गुज्जी भा है ना विकारां वाली, फिर मैं उहनूं छड्ड देना सी। जे मैनूं इह समझ आ जाए कि रब तां एक सच्चाई है, ਉਹਦੇ ਅੱਗੇ ਤਾਂ ਹੇਰਾ ਫੇਰੀਆਂ ਚੱਲਦੀਆਂ ਨਹੀਂ, ਸੱਚ ਦੇ ਨਾਲ ਪਿਆਰ ਕਰਨ ਵਾਲਾ ਹੈ। ਜੇ ਮੈਨੂੰ ਇਹ ਸਮਝ ਆ ਜਾਏ ਤਾਂ ਫਿਰ ਮੈਂ ਆਪਣੇ ਆਪ ਦੇ ਉੱਤੇ ਥੋੜਾ ਮਾਣ ਕਰਾਂ, ਯਾਨੀ ਹੰਕਾਰ ਛੱਡਾਂ, ਚਲਾਕੀਆਂ ਛੱਡਾਂ, ਵਿਕਾਰ ਛੱਡਾਂ, ਤਾਂ ਮੈਂ ਉਹਦਾ ਪਿਆਰ ਪਾ ਸਕਦਾ ਹਾਂ। ਤਾਂ ਇਥੋਂ ਸਾਨੂੰ ਜੀਣ ਵਾਸਤੇ ਕੀ ਚੀਜ਼ ਮਿਲ ਰਹੀ ਹੈ? ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਰੱਬ ਇੱਕ ਅਟਲ ਸੱਚਾਈ ਹੈ। ਜੀਵਨ ਦਾ ਦਿਨ ਜਿਹੜੇ ਨੇ ਉਹ ਸੀਮਤ ਨੇ। ਸਾਨੂੰ ਆਪਣੀ ਜ਼ਿੰਦਗੀ ਬੇਪਰਵਾਹੀ ਚ ਨਹੀਂ ਗੁਜ਼ਾਰਨੀ ਚਾਹੀਦੀ। ਹਰ ਪਲ ਦਾ ਸਹੀ ਯੂਜ਼ ਕਰਨਾ ਚਾਹੀਦਾ ਹੈ। ਸੱਚ ਦੇ ਨਾਲ ਜੁੜ ਕੇ ਜੀਣਾ ਚਾਹੀਦਾ ਹੈ। ਰੱਬ ਜੋ ਹੈ ਸਰਬ ਵਿਆਪਕ ਪਰਮ ਸੱਤਿਆ ਜੋ ਹੈ ਉਹ ਇੱਕ ਅਟਲ ਸੱਚਾਈ ਹੈ, ਤੇ ਸੱਚਾਈ ਨੂੰ ਪਾਉਣ ਵਾਸਤੇ, ਸੱਚਾਈ ਦੇ ਵਿੱਚ ਮਿਲਣ ਵਾਸਤੇ ਮਨ, ਬਚਨ ਔਰ ਕਰਮ ਦੀ ਇਕਸਾਰਤਾ ਚਾਹੀਦੀ ਹੈ। ਉੱਥੇ ਆਪਣਾ ਮਾਣ, ਉੱਥੇ ਹੰਕਾਰ ਜਾਂ ਵਿਕਾਰ, ਪਾਪ, ਅਪਰਾਧ ਨਹੀਂ ਚੱਲਦੇ। ਅੰਦਰੋਂ ਹੋਰ ਤੇ ਬਾਹਰੋਂ ਹੋ ਕੇ ਸੱਚ ਦੇ ਨਾਲ ਨਹੀਂ ਜੁੜਿਆ ਜਾ ਸਕਦਾ। ਇਸ ਲਈ ਸਾਨੂੰ ਮਨ, ਬਚਨ, ਕਰਮ ਕਰਕੇ ਸੱਚੇ ਹੋਣਾ ਚਾਹੀਦਾ ਹੈ। ਜੇ ਜਾਣਾ ਲੜ ਛਿਜਣਾ, ਪੀਡੀ ਪਾਈ ਗੰਢ, ਤੈ ਜੇਵੜ ਮੈਂ ਨਾਹੇ ਕੋ, ਸਭ ਜਗ ਡਿਠਾ ਹੰਡ। ਇਹਨੂੰ ਤੈ ਨਹੀਂ ਪੜਨਾ, ਤੈਂ ਪੜਨਾ ਹੈ। ਤੈਂ ਦਾ ਮਤਲਬ ਤੂੰ, ਤੇਰੇ ਵਰਗਾ। ਜੇ ਜਾਣਾ ਲੜ ਛਿਜਣਾ, ਲੜ ਦਾ ਮਤਲਬ ਪੱਲਾ, ਛਿਜਣਾ ਦਾ ਮਤਲਬ ਟੁੱਟ ਜਾਣਾ ਹੈ, ਪੀਡੀ ਦਾ ਮਤਲਬ ਪੱਕੀ। ਹੇ ਪਤੀ ਪ੍ਰਭੂ, ਜੇ ਮੈਨੂੰ ਸਮਝ ਹੋਵੇ ਕਿ ਇਹ ਜਿਹੜੀ ਮੈਂ ਸਿਰ ਤੇ ਪੋਟਲੀ ਚੁੱਕੀ ਫਿਰਨਾ ਨਾ ਵਿਕਾਰਾਂ ਪਾਪਾਂ ਦੀ, ਇਹਦੇ ਕਾਰਨ ਤੇਰਾ ਫੜਿਆ ਹੋਇਆ ਪੱਲਾ ਛਿਜ ਜਾਂਦਾ ਹੈ, ਛੁੱਟ ਜਾਂਦਾ ਹੈ, ਵਿੱਥ ਪੈ ਜਾਂਦੀ ਹੈ, ਤਾਂ ਫਿਰ ਮੈਂ ਤੇਰੇ ਨਾਲ ਪੱਕੀ ਪਿਆਰ ਦੀ ਗੰਢ ਪਾਉਂਦਾ। ਇਹ ਚੀਜ਼ ਨੂੰ ਸਮਝਣਾ ਕਿ ਜੋ ਮੈਂ ਵਿਕਾਰ ਆਪਣੇ ਸਿਰ ਤੇ ਚੁੱਕੀ ਫਿਰਨਾ, ਮੇਰੀ ਮੈਂਟੈਲਿਟੀ ਅੰਦਰ, ਮੇਰੀ ਸੋਚ ਦੇ ਅੰਦਰ ਪਾਪ ਅਪਰਾਧ ਨੇ, ਜੇ ਮੈਨੂੰ ਇਹ ਸਮਝ ਆ ਜਾਏ ਕਿ ਸੋਚ ਦੇ ਅੰਦਰ ਪਾਪ ਅਪਰਾਧ ਰੱਖਿਆ, ਸੱਚ ਦੇ ਨਾਲੋਂ ਤੇ ਪੱਲਾ ਛੁੱਟ ਜਾਂਦਾ ਹੈ। ਸੱਚ ਦੇ ਨਾਲ ਤੇ ਸੰਬੰਧ ਰਹਿੰਦਾ ਹੀ ਨਹੀਂ। ਜਦੋਂ ਮੈਂ ਝੂਠ ਬੋਲਾਂਗਾ ਤਾਂ ਸੱਚ ਨਾਲੋਂ ਪੱਲਾ ਛੁੱਟ ਜਾਏਗਾ। ਜਦੋਂ ਮੈਂ ਈਰਖਾ ਕਰਾਂਗਾ ਤਾਂ ਪ੍ਰੇਮ ਨਾਲੋਂ ਪੱਲਾ ਛੁੱਟ ਜਾਏਗਾ। ਜਦੋਂ ਮੈਂ ਨਿਰਦੈਤਾ ਕਰਾਂਗਾ ਤਾਂ ਦਇਆ ਨਾਲੋਂ ਪੱਲਾ ਛੁੱਟ ਜਾਏਗਾ। ਜੇ ਮੈਨੂੰ ਇਸ ਚੀਜ਼ ਦੀ ਸਮਝ ਆ ਜਾਏ ਕਿ ਸੋਚ ਦੇ ਅੰਦਰ ਵਿਕਾਰ ਰੱਖਿਆ, ਤੇਰੇ ਨਾਲੋਂ ਦੂਰੀ ਵੱਧ ਜਾਂਦੀ ਹੈ, ਸੱਚ ਨਾਲੋਂ ਦੂਰੀ ਵੱਧ ਜਾਂਦੀ ਹੈ, ਪੀਡੀ ਪਾਈ ਗੰਢ, ਤਾਂ ਫਿਰ ਮੈਂ ਸੱਚ ਦੇ ਨਾਲ ਪੱਕੀ ਗੰਢ ਪਾਣੀ ਸੀ, ਪੱਕੀ ਗੰਢ ਪਾਉਂਦਾ। ਤਾਂ ਸਾਨੂੰ ਸਮਝਾਇਆ ਜਾ ਰਿਹਾ ਕਿ ਪਿਆਰਿਓ, ਜੇ ਸੋਚ ਦੇ ਅੰਦਰ ਵਿਕਾਰ ਰੱਖੋਗੇ ਤਾਂ ਸੱਚ ਦਾ ਪੱਲਾ ਛੁੱਟ ਜਾਏਗਾ, ਸੱਚ ਤੋਂ ਦੂਰੀ ਵੱਧ ਜਾਏਗੀ। ਤੇ ਜੇ ਸੱਚ ਤੋਂ ਦੂਰੀ ਵੱਧ ਗਈ, ਦੂਰ ਹੋ ਗਏ, ਤਾਂ ਫਿਰ ਰਿਸ਼ਤੇ ਨਾਤੇ ਉਰਲੇ ਪਰਲੇ ਇਹਨਾਂ ਵਿੱਚ ਵੀ ਦੂਰੀਆਂ ਵੱਧ ਜਾਣਗੀਆਂ। ਫਿਰ ਇਸ ਸੰਸਾਰ ਦੇ ਅੰਦਰ ਵੀ ਸੁਖ ਸ਼ਾਂਤੀ ਨਹੀਂ ਰਹਿ ਜਾਏਗੀ। ਇਸ ਲਈ ਪੱਕੀ ਗੰਢ ਪਾਣੀ ਹੈ, ਪਿਆਰ ਪੱਕਾ ਸੱਚ ਦੇ ਨਾਲ। ਤੈਂ ਜੇਵੜ ਮੈਂ ਨਾਹੇ ਕੋ, ਸਭ ਜਗ ਡਿੱਠਾ ਹੰਡ। ਤੈਂ ਜੇਵੜ ਦਾ ਮਤਲਬ ਤੇਰੇ ਜੇਡਾ, ਹੰਡ ਦਾ ਮਤਲਬ ਫਿਰ ਕੇ। ਹੇ ਸਾਈਂ ਮਾਲਕ, ਸਾਰਾ ਜਗਤ ਫਿਰ ਕੇ ਵੇਖ ਲਿਆ ਹੈ, ਤੇਰੇ ਵਰਗਾ ਸਾਥੀ ਮੈਨੂੰ ਕੋਈ ਨਹੀਂ ਲੱਭਾ। ਸਾਰਾ ਜਗਤ ਫਿਰ ਕੇ ਵੇਖਣ ਦਾ ਮਤਲਬ ਕਿ ਜਿੰਨੇ ਵੀ ਕਰਮ ਕਾਂਡ ਕੀਤੇ ਜਾ ਰਹੇ ਨੇ, ਚਾਹੇ ਉਹ ਵਰਤ ਨੇ, ਨਰਾਤੇ ਨੇ, ਸਰਾਧ ਨੇ, ਤੀਰਥਾਂ ਦੇ ਇਸ਼ਨਾਨ ਨੇ, ਜਪ ਤਪ ਸੰਜਮ ਨੇ, ਸੰਸਾਰ ਦਾ ਜੋ ਤਿਆਗ ਹੈ, ਜਾਂ ਪੁੰਨ ਦਾਨ ਆਦਿਕ ਨੇ, ਜਾਂ ਵਿਖਾਵੇ ਦੇ ਕਰਮ ਕਾਂਡ ਨੇ, ਦਸਮ ਦੁਆਰ ਵਿੱਚ ਪ੍ਰਾਨ ਚੜਾਣੇ ਨੇ, ਜਾਂ ਹੋਰ ਐਸੇ ਕਰਮ ਨੇ, ਇਹ ਕਰਮ ਜਿਹੜੇ ਨੇ ਰੱਬੀ ਗੁਣਾਂ ਦੀ ਬਰਾਬਰੀ ਨਹੀਂ ਕਰਦੇ। ਰੱਬੀ ਗੁਣ ਮਹਾਨ ਨੇ। सच्चाई है, निर्भयता है, निर्वैरता है, दया है, प्रेम है, इंसानियत है। इन्हां गुणां दी बराबरी ये नहीं करते। मैं सारे जगत नूं हंड के वेख लिया है, अजमा के वेख लिया है, फिर के वेख लिया है कि तेरे वर्गा होर कोई नहीं। भाव तेरी रजा दे विच रहना, तेरे गुणां दे नाल जुड़ना ही सब तो वड्डा महान कर्म है।
बाकी सारे कर्म कांड आदि बेकार और व्यर्थ ने। ਤਾਂ ਸਾਨੂੰ ਇੱਥੇ ਜ਼ਿੰਦਗੀ ਜੀਣ ਵਾਸਤੇ ਕੀ ਦਿੱਤਾ ਜਾ ਰਿਹਾ ਹੈ ਕਿ ਅਸੀਂ ਸੱਚ ਦੇ ਨਾਲ ਜੁੜਨਾ ਹੈ, ਸੱਚ ਦੇ ਨਾਲ ਪੱਕੀ ਗੰਢ ਪਾਣੀ ਹੈ, ਸੋਚ ਦੇ ਅੰਦਰ ਸੱਚ ਹੋਣਾ ਚਾਹੀਦਾ ਹੈ। ਜੇ ਸੋਚ ਦੇ ਅੰਦਰ ਸੱਚ ਨਹੀਂ ਤਾਂ ਫਿਰ ਸੱਚ ਦੇ ਨਾਲੋਂ ਪੱਲਾ ਛੁੱਟ ਜਾਏਗਾ ਔਰ ਸੰਬੰਧ ਟੁੱਟ ਜਾਏਗਾ। ਦੂਜੀ ਗੱਲ ਇਹ ਸਮਝਾਈ ਜਾ ਰਹੀ ਹੈ ਕਿ ਜਿੰਨੇ ਵੀ ਕਰਮ ਕਾਂਡ ਨੇ, ਪਾਪ ਵਿਕਾਰ ਆਦਿਕ ਨੇ, ਉਹ ਰੱਬੀ ਗੁਣਾਂ ਦੀ ਬਰਾਬਰੀ ਨਹੀਂ ਕਰਦੇ। ਰੱਬੀ ਗੁਣ ਹੀ ਮਹਾਨ ਹਨ। ਇਸ ਲਈ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅੱਜ ਅਸੀਂ 5 ਸ਼ਲੋਕਾਂ ਦੀ ਵਿਚਾਰ ਕੀਤੀ ਹੈ। ਇਹਨਾਂ 5 ਸ਼ਲੋਕਾਂ ਦੇ ਵਿੱਚ ਜੋ ਵਿਚਾਰ ਕੀਤੀ ਹੈ, ਜੇ ਕਿਸੇ ਵੀਰ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਹੈ, ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਹੋਣ, ਕੋਈ ਨਵੇਂ ਅਰਥ ਦੱਸਣੇ ਹੋਣ ਤਾਂ ਉਹ ਵੀ ਜਿਹੜਾ ਹੈ ਆਪਣੇ ਦੱਸ ਸਕਦਾ ਹੈ। ਵੀਰ ਤਰਲੋਚਨ ਸਿੰਘ ਜੀ ਹੁਣ ਅਗਲੀ ਕਾਰਵਾਈ ਕਰਨਗੇ, ਤਾਂ ਉਹਨਾਂ ਨੂੰ ਬਾਰ-ਬਾਰ ਨਾ ਕਹਿਣਾ ਪਵੇ ਕਿ ਅਨਮਿਊਟ ਹੋ ਜਾਓ। ਜੇ ਕਿਸੇ ਵੀਰ ਨੇ ਆਪਣੇ ਵਿਊਜ਼ ਦੇਣੇ ਨੇ ਜਾਂ ਕੋਈ ਸਵਾਲ ਹੈ ਤਾਂ ਉਹ ਅਨਮਿਊਟ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।